ਕਾਂਗਰਸ ਨੇ ਇਸ ਕਰਕੇ 1947 ਤੋਂ ਹੀ ਉਹਨਾਂ ਨੂੰ ਇੱਕ ਉਹਨਾਂ ਦੇ ਮਾਨਸਿਕਤਾ ਵਿੱਚ ਆ ਗਈ ਸੀ ਵੀ ਜੇ ਕਾਂਗਰਸ ਨੇ ਬਹੁਤ ਲੰਮਾ ਸਮਾਂ ਰਾਜ ਕਰਨਾ ਤੇ ਸਾਨੂੰ ਸਿੱਖਾਂ ਨੂੰ ਕੰਟਰੋਲ ਕਰਨਾ ਪਊਗਾ। ਇਹ ਗੱਲ ਜਿਹੜੀ ਸੀ ਹਰਿਮੰਦਰ ਸਾਹਿਬ ਤੇ ਹਮਲਾ ਇਹ ਸਿਰਫ ਇੱਕ ਸਿੱਖਾਂ ਨੂੰ ਕੁਚਲਣ ਲਈ ਤੇ ਦੁਬਾਰਾ ਸੱਤਾ ਪ੍ਰਾਪਤ ਕਰਨ ਦੇ ਲਈ ਇੰਦਰਾ ਗਾਂਧੀ ਵੱਲੋਂ ਇੱਕ ਚਾਲ ਸੀ। ਸੰਤ ਜੀ ਨੂੰ ਦੋ ਰੂਪਾਂ ਦੇ ਵਿੱਚ ਦੇਖਿਆ ਜਾਂਦਾ ਹੈ। ਅੱਧੇ ਲੋਕ ਉਹਨਾਂ ਨੂੰ ਸੰਤ ਦੇ ਰੂਪ 'ਚ ਦੇਖਦੇ ਨੇ ਤੇ ਕੁਝ ਉਹਨਾਂ ਨੂੰ ਦੂਸਰੇ ਰੂਪ ਯਾਨੀ ਕਿ ਵਿਲਨ ਦੇ ਰੂਪ 'ਚ ਵੀ ਦੇਖਦੇ ਨੇ ਕਿ ਉਹਨਾਂ ਦੇ ਕਰਕੇ ਸਭ ਕੁਝ ਹੋਇਆ ਹੈ। ਇੱਕ ਇਹ ਗੱਲ ਕਹੀ ਜਾਂਦੀ ਵੀ ਜੇ ਸੰਤ ਜਰਨੈਲ ਸਿੰਘ ਉੱਥੇ ਨਾ ਹੁੰਦੇ ਤਾਂ ਹਮਲਾ ਨਾ ਹੁੰਦਾ। ਨਹੀਂ, ਇਹ ਗੱਲ ਗਲਤ ਸੀ ਕਿਉਂਕਿ ਅਸਲ 'ਚ ਇੰਦਰਾ ਗਾਂਧੀ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਉਹਨਾਂ ਨੇ ਹਿਸਟਰੀ ਪੜ੍ਹ ਕੇ ਜਾਂ ਉਹਨਾਂ ਨੇ ਇਸ ਆਪਣੇ ਬੰਦਿਆਂ ਤੋਂ ਸੋਚਿਆ ਵੀ ਜੇ ਅਸੀਂ ਭਾਰਤ ਤੇ ਮਜ਼ਬੂਤੀ ਨਾਲ ਰਾਜ ਕਰਨਾ ਹੈ ਤਾਂ ਸਾਨੂੰ ਪੰਜਾਬ ਨੂੰ ਚੰਗੀ ਤਰ੍ਹਾਂ ਨੱਪ ਕੇ ਕੁੱਟ ਕੇ ਦਬਾ ਕੇ ਰੱਖਣਾ ਪਊਗਾ। ਕਹਿੰਦੇ ਇਸ ਤਰ੍ਹਾਂ ਕਰਕੇ ਇੱਥੋਂ ਤੱਕ ਗੱਲ ਆ ਗਈ। ਉਹ ਕਹਿੰਦੇ ਵੀ ਸਾਡੀ ਇੱਕ ਮੰਗ ਵੀ ਇੰਦਰਾ ਗਾਂਧੀ ਮੰਨ ਲੇ ਤੇ ਅਸੀਂ ਮੋਰਚਾ ਜਿਹੜਾ ਉਹ ਸਥਗਿਤ ਕਰ ਦਿਆਂਗੇ। ਇੱਧਰੋਂ ਸੁਬਰਾਮਣੀਅਮ ਸਵਾਮੀ, ਕੈਪਟਨ ਅਮਰਿੰਦਰ ਸਿੰਘ, ਤਲੋਚਨ ਸਿੰਘ ਨੂੰ ਉਲਝਾ ਕੇ ਮੀਡੀਆ 'ਚੋਂ ਆਪਣਾ ਪੱਖ ਰੱਖਣਾ ਚਾਹੁੰਦੀ ਸੀ ਕਿ ਮੈਂ ਸਮਝੌਤੇ ਲਈ ਬਹੁਤ ਯਤਨ ਕਰ ਰਹੀ ਹਾਂ, ਲੇਕਿਨ ਸਿੱਖ ਜਾਂ ਸੰਤ ਜਰਨੈਲ ਸਿੰਘ ਉਹ ਸਮਝੌਤੇ ਲਈ ਮੰਨ ਨਹੀਂ ਰਹੇ। ਸੰਤ ਜਰਨੈਲ ਸਿੰਘ ਜੀ ਦੀ ਗ੍ਰਿਫਤਾਰੀ ਲਈ ਜਿਹੜੀ ਆ ਉਹ ਹਮਲਾ ਨਹੀਂ ਸੀ। ਇਹ ਹਮਲਾ ਸਿੱਖਾਂ ਨੂੰ ਕੁੱਟਣ ਲਈ, ਸਿੱਖਾਂ ਨੂੰ ਦਬਾਉਣ ਲਈ ਤੇ ਆਪਣੀਆਂ ਵੋਟਾਂ ਜਿੱਤਣ ਲਈ ਸੀ। ਉਹ ਕਹਿੰਦੇ ਜੇ ਹਰਿਮੰਦਰ ਸਾਹਿਬ ਤੇ ਹਮਲਾ ਹੋ ਗਿਆ ਤੇ ਇਹ ਤੋਂ ਬਾਅਦ ਅਸੀਂ ਚੀਕੇ ਵੀ ਕੀ ਲੈਣਾ। ਇਸ ਕਰਕੇ ਉੱਥੇ ਹਰ ਬੱਚਾ ਜਿਹੜਾ ਸੀ ਨਾ ਇੱਕ ਬੰਬ ਬਣ ਗਿਆ ਸੀ। ਜੂਨ 1984 ਸਿੱਖ ਮਾਨਸਿਕਤਾ ਤੇ ਇੱਕ ਅਜਿਹਾ ਜ਼ਖਮ ਹੈ ਜੋ ਹਰ ਸਾਲ ਨਾਸੂਰ ਬਣ ਕੇ ਵਹਿੰਦਾ ਹੈ। ਇੰਨੇ ਸਾਲਾਂ ਤੋਂ ਬਾਅਦ ਵੀ ਹਰ ਸਿੱਖ ਦੀ ਅੱਖ ਵਿੱਚੋਂ ਇਸ ਦੀ ਪੀੜ ਸਾਫ਼ ਨਜ਼ਰ ਆਉਂਦੀ ਹੈ। ਇਹ ਹਮਲਾ ਭਾਵੇਂ 6 ਜੂਨ 1984 ਨੂੰ ਹੋਇਆ ਸੀ, ਪਰ ਇਸ ਹਮਲੇ ਦੀ ਤਿਆਰੀ ਬਹੁਤ ਸਮਾਂ ਪਹਿਲਾਂ ਹੋ ਚੁੱਕੀ ਸੀ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਦੀਆਂ ਤਿਆਰੀਆਂ ਪਹਿਲਾਂ ਕੀਤੀਆਂ ਜਾ ਚੁੱਕੀਆਂ ਸਨ। ਹਮਲਾ ਕਿਵੇਂ ਹੁੰਦਾ ਹੈ, ਮਾਨਸਿਕਤਾ ਕੀ ਸੀ ਇਸ ਪਿੱਛੇ, ਪੂਰਨ ਤੌਰ ਤੇ ਜਾਣਕਾਰੀ ਲੈਣ ਦੇ ਲਈ ਅੱਜ ਅਸੀਂ ਪਹੁੰਚੇ ਹੋਏ ਹਾਂ ਖਾਲਸਾ ਪੰਥ ਦੀ ਧਰਤੀ, ਪਾਵਨ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੇ। ਗੱਲਬਾਤ ਕਰਾਂਗੇ ਅੱਜ ਗਿਆਨੀ ਹਰਦੀਪ ਸਿੰਘ ਹੋਣਾ ਦੇ ਨਾਲ। ਪੂਰਨ ਤੌਰ ਤੇ ਸਵਾਲਾਂ ਦੇ ਜਵਾਬ ਅਸੀਂ ਲਵਾਂਗੇ ਉਹਨਾਂ ਤੋਂ। ਸਵਾਲ ਬੜੇ ਨੇ ਮਨ ਦੇ ਵਿੱਚ ਕਿ ਆਖਰ ਇਹ ਹਮਲਾ ਕਿਉਂ ਹੁੰਦਾ ਹੈ ਤੇ ਕਾਰਨ ਕੀ ਸੀ ਇਸ ਪਿੱਛੇ। ਸੋ ਬੜੇ ਸਵਾਲ ਨੇ, ਸਾਰੇ ਜਵਾਬ ਉਹਨਾਂ ਤੋਂ ਲਵਾਂਗੇ। ਸਭ ਤੋਂ ਪਹਿਲਾਂ ਗੁਰੂ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗਿਆਨੀ ਜੀ, ਅੱਜ ਜਦੋਂ ਵੀ 6 ਜੂਨ ਆਉਂਦੀ ਹੈ, ਹਰ ਇੱਕ ਸਿੱਖ ਦੇ ਮਨ ਵਿੱਚ ਅਰਦਾਸਾਂ ਵੀ ਹੁੰਦੀਆਂ ਨੇ। ਉਹ ਜਿਹੜਾ ਜ਼ਖਮ ਅੱਜ ਵੀ ਅੱਲੇ ਨੇ, ਸਾਡੇ ਜ਼ਖਮ ਹਾਲੇ ਵੀ ਭਰੇ ਨਹੀਂ ਗਏ। ਸੋ ਸਵਾਲ ਸਭ ਤੋਂ ਪਹਿਲਾ ਹੈ ਕਿ ਉਹ ਜਿਹੜਾ ਹਮਲਾ ਹੋਇਆ ਸੀ, ਆਖਰ ਹਮਲੇ ਦਾ ਕਾਰਨ ਕੀ ਸੀ? ਅਸਲ 'ਚ ਕੋਈ ਵੀ ਜਿਹੜੀ ਹਕੂਮਤ ਹੈ ਉਹ ਜਦੋਂ ਰਾਜ ਕਰਦੀ ਹੈ ਉਹਦੇ ਮੇਨ ਉਹਦਾ ਜਿਹੜਾ ਮੁੱਦਾ ਹੁੰਦਾ ਉਹ ਮੇਰਾ ਰਾਜ ਸਥਿਰ ਤੇ ਲੰਮਾ ਸਮਾਂ ਕਿਵੇਂ ਚੱਲੇ। ਉਹਦੇ ਲਈ ਉਹਨਾਂ ਦੇ ਕੋਈ ਨੀਤੀਆਂ ਬਣਾਈਆਂ ਜਾਂਦੀਆਂ, ਉਹਦੇ ਲਈ ਉਹਨਾਂ ਦੇ ਕੋਈ ਪ੍ਰੋਗਰਾਮ ਹੁੰਦੇ ਆ। ਸਭ ਤੋਂ ਵੱਡਾ ਉਹਨੂੰ ਪ੍ਰੋਗਰਾਮ ਇਹ ਹੁੰਦਾ ਵੀ ਮੇਰੇ ਰਾਜ ਨੂੰ ਕਿਸੇ ਪਾਸੇ ਤੋਂ ਖਤਰਾ ਤਾਂ ਨਹੀਂ। ਇਹ ਭਾਰਤ ਦੇ ਉੱਪਰ ਜਿਹਨੇ ਵੀ ਰਾਜ ਕਰਨਾ ਹੈ, ਤੁਸੀਂ ਪੁਰਾਣੇ ਸਮੇਂ ਤੋਂ ਲੈ ਲਓ ਤਾਂ ਉਹਨੂੰ ਪੰਜਾਬ 'ਤੇ ਕੰਟਰੋਲ ਕਰਨਾ ਪਹਿਲਾਂ ਬੜਾ ਜ਼ਰੂਰੀ ਹੈ, ਕਿਉਂਕਿ ਪੰਜਾਬ ਦੀ ਧਰਤੀ ਇੱਕ ਅਜਿਹੀ ਧਰਤੀ ਹੈ ਜਿਹੜੀ ਹਮੇਸ਼ਾ ਸੂਰਬੀਰਾਂ ਦੀ ਤੇ ਬਾਗੀਆਂ ਦੀ ਰਹੀ ਹੈ, ਜਿਹਦੇ ਬਾਰੇ ਆਮ ਅਸੀਂ ਕਹਿੰਦੇ ਹਾਂ ਵੀ ਜਾਂ ਤਾਂ ਸਰਦਾਰ ਬਾਗੀ ਹੁੰਦੇ ਆ ਜਾਂ ਰਾਜੇ ਹੁੰਦੇ ਆ। ਜੇ ਅਸੀਂ ਸਿੱਖ ਹਿਸਟਰੀ ਤੋਂ ਪਹਿਲਾਂ ਦੇ ਵੀ ਅਸੀਂ ਪੰਜਾਬ ਦੀ ਭੂਗੋਲਿਕ ਸਥਿਤੀ ਨੂੰ ਬਚੀਏ ਤਾਂ ਪਹਿਲੀ ਤਾਂ ਗੱਲ ਇਹ ਆ ਵੀ ਇਹ ਧਰਤੀ ਇੱਕ ਅਜਿਹੀ ਪਰਮੇਸ਼ਰ ਪਰਮਾਤਮਾ ਨੇ ਸਾਜੀ ਹੈ ਜਿੱਥੇ ਛੋਟੇ ਜਿਹੇ ਖਿੱਤੇ ਵਿੱਚ 5 ਦਰਿਆ ਵਗਦੇ ਆ ਤੇ ਜਿਹੜਾ ਹੈ ਧਰਤੀ ਦਾ ਸਭ ਤੋਂ ਜਿਹੜਾ ਅਮੀਰ ਸਰੋਤ ਆ ਉਹ ਪਾਣੀ ਹੈ। ਜਿੰਨਾ ਪਰਮੇਸ਼ਰ ਪਰਮਾਤਮਾ ਨੇ ਪਾਣੀ ਇਸ ਖਿੱਤੇ ਨੂੰ ਦਿੱਤਾ ਦੁਨੀਆ ਦੇ, ਮੈਨੂੰ ਨਹੀਂ ਲੱਗਦਾ ਕਿਸੇ ਹੋਰ ਖਿੱਤੇ ਨੂੰ ਦਿੱਤਾ ਹੋਵੇ। 6 ਰੁੱਤਾਂ ਜਿਹੜੀਆਂ ਕੁਦਰਤ ਵਿੱਚ ਮੰਨੀਆਂ ਗਈਆਂ, ਕੁਛ ਦੇਸ਼ ਦੁਨੀਆ ਦੇ ਕੁਛ ਹਿੱਸਿਆਂ ਨੂੰ ਛੱਡ ਕੇ 1-2 ਹਿੱਸਿਆਂ ਨੂੰ 6 ਦੀਆਂ 6 ਕੰਪਲੀਟ ਰੁੱਤਾਂ ਜਿਹੜੀਆਂ ਉਹ ਸਿਰਫ ਪੰਜਾਬ 'ਚ ਹੀ ਹਨ। ਜੇ ਅਸੀਂ ਇਸ ਕਰਕੇ ਇਹ ਪੰਜਾਬ ਦੀ ਧਰਤੀ ਬੜੀ ਹੀ ਪਰਮੇਸ਼ਰ ਪਰਮਾਤਮਾ ਦੀ ਬੜੀ
ਮਹਾਨ ਧਰਤੀ ਹੈ। ਸਿੱਧੂ ਘਾਟੀ ਇੱਥੇ ਹੋਈ, ਹੜੱਪਾ ਮਹਿਜੋਦੜਾ ਇੱਥੋਂ ਦੀਆਂ ਪੁਰਾਣੀਆਂ ਜਿਹੜੀਆਂ ਉਹ ਵਿਰਾਸਤਾਂ ਹੈ। ਰਾਜਾ ਪੋਰਸ ਇੱਥੋਂ ਦੀ, ਭਾਵੇਂ ਦੁਨੀਆ ਨੂੰ ਜਿੱਤਣ ਵਾਲਾ ਸਿਕੰਦਰ ਆਇਆ, ਲੇਕਿਨ ਜਦੋਂ ਪੰਜਾਬੀਆਂ ਨਾਲ ਉਹਦੇ ਹੱਥ ਮਿਲੇ ਤਾਂ ਉਹ ਸਿਕੰਦਰ ਨੂੰ ਵੀ ਇੱਥੋਂ ਵਾਪਸ ਮੁੜਨਾ ਪਿਆ। ਭਾਵੇਂ ਸਾਰੇ ਹਿੰਦੁਸਤਾਨ 'ਤੇ ਰਾਜ ਕਰਨ ਵਾਲੇ ਅਕਬਰ ਵਰਗਿਆਂ ਨੂੰ ਵੀ ਇੱਥੋਂ ਦੇ ਜਿਹੜੇ ਦੁੱਲੇ ਭੱਟੀ ਵਰਗਿਆਂ ਨੇ, ਮਤਲਬ ਉਹਨਾਂ ਨੇ ਅਕਬਰ ਨੂੰ ਵਕਤ ਪਾਈ ਰੱਖਿਆ, ਕਿਉਂਕਿ ਇਸ ਦੀ ਸੂਰਬਤਾਈ, ਬਹਾਦਰੀ ਔਰ ਆਪਣੀ ਅਣਖ, ਜੁਰਤ ਲਈ ਜਿਹੜਾ ਇਹ ਪੰਜਾਬ ਜਾਣਿਆ ਜਾਂਦਾ ਹੈ। ਇਸ ਲਈ ਭਾਵੇਂ ਕੋਈ ਵੀ ਹਕੂਮਤ ਆਈ, ਉਹਨਾਂ ਨੇ ਹਿਸਟਰੀ ਪੜ੍ਹ ਕੇ ਜਾਂ ਉਹਨਾਂ ਨੇ ਇਸ ਆਪਣੇ ਬੰਦਿਆਂ ਤੋਂ ਸੋਚਿਆ ਵੀ ਜੇ ਅਸੀਂ ਭਾਰਤ 'ਤੇ ਮਜ਼ਬੂਤੀ ਨਾਲ ਰਾਜ ਕਰਨਾ ਹੈ ਤਾਂ ਸਾਨੂੰ ਪੰਜਾਬ ਨੂੰ ਚੰਗੀ ਤਰ੍ਹਾਂ ਨੱਪ ਕੇ, ਕੁੱਟ ਕੇ, ਦਬਾ ਕੇ ਰੱਖਣਾ ਪਊਗਾ। ਇਸ ਕਰਕੇ ਭਾਵੇਂ ਉਹ ਮੁਗਲ ਆਏ, ਭਾਵੇਂ ਉਹ ਅੰਗਰੇਜ਼ ਆਏ, ਭਾਵੇਂ ਉਹ ਕਾਂਗਰਸ ਆਈ, ਸਾਰਿਆਂ ਨੇ ਹੀ, ਜੇ ਤੁਸੀਂ ਹਿਸਟਰੀ ਪੜ੍ਹੋਗੇ, ਸਭ ਤੋਂ ਵੱਧ ਅਤਿਆਚਾਰ, ਸਭ ਤੋਂ ਵੱਧ ਜ਼ੁਲਮ ਉਹ ਪੰਜਾਬ ਦੀ ਧਰਤੀ 'ਤੇ ਪੰਜਾਬੀ ਲੋਕਾਂ ਨਾਲ, ਸਿੱਖ ਲੋਕਾਂ ਨਾਲ, ਸਿੱਖ ਪਹਿਲਾਂ ਪੰਜਾਬੀਆਂ ਨਾਲ ਅਤੇ ਸਿੱਖ ਜਿਹੜਾ ਸੱਭਿਆਚਾਰ ਆਉਣ ਤੋਂ ਬਾਅਦ ਸਿੱਖਾਂ ਨਾਲ ਸਭ ਤੋਂ ਵੱਧ ਜ਼ੁਲਮ ਅਤਿਆਚਾਰ ਇਸੇ ਕਰਕੇ ਹੋਏ। ਇਸ ਕਰਕੇ 1947 ਤੋਂ ਬਾਅਦ ਜੇ ਭਾਰਤ ਦਾ ਕੋਈ ਸਿਆਸੀ ਨੇਤਾ ਸੀ ਤੇ ਉਹ ਫੜਿਆ ਗਿਆ ਦੇਸ਼ ਧਰੋਹ 'ਚ, ਉਹ ਮਾਸਟਰ ਤਾਰਾ ਸਿੰਘ ਸੀ। ਸ਼ਾਇਦ ਤੁਹਾਨੂੰ ਨਾ ਪਤਾ, 1947 ਦੇਸ਼ ਆਜ਼ਾਦ ਹੁੰਦਾ, 1948 ਵਿੱਚ ਹੀ ਮਾਸਟਰ ਤਾਰਾ ਸਿੰਘ ਨੂੰ ਦੇਸ਼ ਧਰੋਹ ਦੇ ਮੁਕੱਦਮੇ 'ਚ ਇਸ ਭਾਰਤੀ ਹਕੂਮਤ ਨੇ ਉਹ ਕੱਟਿਆ ਗਿਆ। ਉਦੋਂ ਪਹਿਲਾਂ ਸਾਡੀ ਇੱਕ ਹੋਰ ਵੀ ਆਉਂਦੀ ਆ ਵੀ ਪਟੇਲ ਵੱਲੋਂ ਵੀ ਸਿੱਖਾਂ ਨੂੰ ਜਰੈਮ ਪੇਸ਼ਾ ਕੌਮ ਕਹਿ ਕੇ ਵੀ ਇਸ ਤਰ੍ਹਾਂ ਉਹਨਾਂ ਨੇ ਸਿੱਖਾਂ ਨੂੰ ਦਬਾਉਣ ਦੀ, ਵੀ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ। ਪਰ ਪੰਜਾਬੀ ਇੱਕ ਵਿਸਥਾਰਵਾਦੀ ਬੰਦੇ ਆ, ਭਾਵੇਂ ਕਿਸੇ ਵੀ ਖਿੱਤੇ 'ਚ ਗਏ ਦੁਨੀਆ ਦੇ, ਉਹਨਾਂ ਨੇ ਵਿਸਥਾਰ ਕੀਤਾ, ਆਪਣੇ ਆਪ ਨੂੰ ਕਾਮਯਾਬ ਕੀਤਾ। ਅਤੇ ਕਾਂਗਰਸ ਨੇ ਇਸ ਕਰਕੇ 1947 ਤੋਂ ਹੀ ਉਹਨਾਂ ਨੂੰ ਇੱਕ ਉਹਨਾਂ ਦੇ ਮਾਨਸਿਕਤਾ ਵਿੱਚ ਇਹ ਆ ਗਈ ਸੀ ਵੀ ਜੇ ਕਾਂਗਰਸ ਨੇ ਬਹੁਤ ਲੰਮਾ ਸਮਾਂ ਰਾਜ ਕਰਨਾ ਅਤੇ ਸਾਨੂੰ ਸਿੱਖਾਂ ਨੂੰ ਕੰਟਰੋਲ ਕਰਨਾ ਪਊਗਾ। ਸਿੱਖਾਂ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਉਹਨਾਂ ਦੇ ਦੋ ਕਾਰਨ ਸੀ। ਉਹਨਾਂ ਨੇ ਮੁਸਲਮਾਨਾਂ ਨੂੰ ਸਹੂਲਤਾਂ ਦਿੱਤੀਆਂ, ਹਿੰਦੂਆਂ ਨੂੰ ਸਿੱਖਾਂ ਤੋਂ ਡਰਾਇਆ ਕਿ ਤੁਹਾਨੂੰ ਸਿੱਖ ਬੜਾ ਵੱਡਾ ਤੁਹਾਡੇ ਲਈ ਖਤਰਾ ਹੈ, ਜੇ ਅਸੀਂ ਆ ਜਿਹੜੇ ਸਿੱਖਾਂ ਨੂੰ ਕੰਟਰੋਲ ਕਰੀ ਬੈਠੇ ਹਾਂ। ਅਸਲ ਜਿਹੜਾ 1984 ਹੈ, ਮੈਂ ਇੱਕ ਦਿਨ ਹੈਰਾਨ ਹੋਇਆ, ਮੈਂ ਕਿਸੇ ਬੰਦੇ ਦੀ, ਕੋਈ ਵੱਡੇ ਬੰਦੇ ਦੀ ਇੰਟਰਵਿਊ ਸੁਣ ਰਿਹਾ ਸੀ। ਉਹ ਕਹਿੰਦਾ ਮੈਂ ਫਰਵਰੀ ਮਾਰਚ ਵਿੱਚ ਦਿੱਲੀ ਗਿਆ ਤਾਂ ਮੈਨੂੰ ਉੱਥੇ ਅਰਨ ਸਿੰਘ, ਹੋਰ ਇਸ ਤਰ੍ਹਾਂ ਦੇ ਜਿਹੜੇ ਲੀਡਰ ਬੰਦੇ ਸੀ ਉਹ ਮਿਲੇ, ਅਤੇ ਉਹਨਾਂ ਨਾਲ ਜਦੋਂ ਗੱਲ ਹੋਈ ਤਾਂ ਕਹਿੰਦਾ, ਉਹ ਮੈਨੂੰ ਕਹਿੰਦੇ ਵੀ ਤੂੰ ਪੱਤਰਕਾਰ ਆ ਯਾਰ, ਤੂੰ ਇੱਕ ਤੈਨੂੰ ਗੱਲ ਪੁੱਛਦੇ। ਮੈਂ ਕਹਿੰਦਾ ਜੀ ਦੱਸੋ, ਵੀ ਜੇ ਅਸੀਂ ਹਰਿਮੰਦਰ ਸਾਹਿਬ 'ਤੇ ਪੰਜਾਬ 'ਤੇ ਫੌਜੀ ਹਮਲਾ ਕਰ ਦਈਏ ਤਾਂ ਇੰਦਰਾ ਗਾਂਧੀ ਮੁੜ ਕੇ ਸੱਤਾ 'ਚ ਆ ਸਕਦੀ ਹੈ? ਫਰਵਰੀ ਮਾਰਚ ਦੀ ਇਹ ਗੱਲ ਸੀ। ਮਤਲਬ ਇਹ ਗੱਲ ਜਿਹੜੀ ਸੀ ਹਰਿਮੰਦਰ ਸਾਹਿਬ 'ਤੇ ਹਮਲਾ, ਇਹ ਸਿਰਫ ਇੱਕ ਸਿੱਖਾਂ ਨੂੰ ਕੁਚਲਣ ਲਈ ਅਤੇ ਦੁਬਾਰਾ ਸੱਤਾ ਪ੍ਰਾਪਤ ਕਰਨ ਦੇ ਲਈ ਇੰਦਰਾ ਗਾਂਧੀ ਵੱਲੋਂ ਇੱਕ ਚਾਲ ਸੀ। ਇਹਦੇ ਲਈ ਕਾਰਨ ਇਹ ਸੀ ਕਿ ਸਿੱਖਾਂ ਨੂੰ ਦਬਾ ਕੇ, ਹਿੰਦੂਆਂ ਨੂੰ ਡਰਾ ਕੇ ਕਿ ਤੁਹਾਨੂੰ ਸਿੱਖਾਂ ਤੋਂ ਬਹੁਤ ਖਤਰਾ ਹੈ, ਅਸੀਂ ਤੁਹਾਨੂੰ ਬਚਾ ਸਕਦੇ ਹਾਂ। ਇਹ ਮਾਨਸਿਕਤਾ ਹਿੰਦੁਸਤਾਨ 'ਚ ਭਰਨਾ ਚਾਹੁੰਦੇ ਸੀ ਉਹ ਅਸਲ 'ਚ। ਜੀ, ਗੱਲ ਕਰਦੇ ਕਿ ਹਮਲਾ 1 ਜੂਨ ਤੋਂ ਹੀ ਲਗਾਤਾਰ ਫਿਰ ਤਿਆਰੀ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਤਿਆਰੀਆਂ ਕਿਵੇਂ ਹੁੰਦੀਆਂ ਨੇ? ਸੋ ਜਿਹੜੀ ਫੌਜੀ ਵੀ ਸਾਰੇ ਆਏ ਸੀ, ਹਾਲਾਂਕਿ ਬਹੁਤ ਸਾਰੇ ਫੌਜੀ ਬਗਾਵਤ ਵੀ ਭਾਵੇਂ ਕਰ ਜਾਂਦੇ ਨੇ, ਜਿਨ੍ਹਾਂ ਦੇ ਜ਼ਮੀਰ ਜਿਉਂਦੇ ਹੁੰਦੇ ਨੇ। ਜੋ ਸਿੱਖ ਫੌਜੀ ਸਨ ਉਹਨਾਂ ਦੇ ਵਿੱਚ ਉਹਨਾਂ ਨੇ ਬਗਾਵਤ ਵੀ ਕੀਤੀ ਸੀ। ਜੇਕਰ ਗੱਲ ਪਹਿਲਾਂ ਕੀਤੀ ਜਾਵੇ ਹਮਲੇ ਦੀ ਤਿਆਰੀ ਦੀ, ਤੇ ਹਮਲੇ ਦੀਆਂ ਤਿਆਰੀਆਂ ਕਿਵੇਂ ਹੋ ਗਈਆਂ ਸੀ? ਹਾਂ, ਕਈ ਸਾਡੇ ਇਹ ਵੀ ਲੋਕ ਆਮ ਤੌਰ 'ਤੇ ਸਾਡੇ ਇੱਕ ਇਹ ਗੱਲ ਕਹੀ ਜਾਂਦੀ ਵੀ ਜੇ ਸੰਤ ਜਰਨੈਲ ਸਿੰਘ ਉੱਥੇ ਨਾ ਹੁੰਦੇ ਤਾਂ ਹਮਲਾ ਨਾ ਹੁੰਦਾ। ਨਹੀਂ, ਇਹ ਗੱਲ ਗਲਤ ਸੀ, ਕਿਉਂਕਿ ਅਸਲ 'ਚ ਇੰਦਰਾ ਗਾਂਧੀ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਉਹ ਭਾਵੇਂ ਸੰਤ ਜਰਨੈਲ ਸਿੰਘ ਦੇ ਰਾਹੀਂ ਜਾਂ ਕਿਸੇ ਦੇ ਵੀ ਰਾਹੀਂ ਉਹਨੇ ਹਮਲਾ ਕਰਨਾ ਹੀ ਸੀ, ਕਿਉਂਕਿ ਉਹਨੇ ਪੂਰੀ ਜਿਹੜੀ ਆਪਣੀ ਸੀ ਉਹ ਤਿਆਰੀ ਕੀਤੀ ਹੋਈ ਸੀ। ਜੋ ਤੁਸੀਂ ਵੇਖੋਗੇ ਅੱਜ ਸਾਡੇ ਸੁਬਰਾਮਣੀਅਮ ਸਵਾਮੀ ਜਾਂ ਹੋਰ ਕੈਪਟਨ ਅਮਰਿੰਦਰ ਸਿੰਘ ਵੀ ਉਸ ਜਿਹੜਾ ਸੀ ਸਮਝੌਤੇ ਲਈ ਯਤਨਸ਼ੀਲ ਰਹੇ। ਮੈਨੂੰ ਲੱਗਦੀਆਂ 5 ਮੀਟਿੰਗਾਂ ਜਿਹੜੀਆਂ ਸੀ ਉਹ ਸੁਬਰਾਮਣੀਅਮ ਸਵਾਮੀ ਨੇ ਸੰਤ ਜਰਨੈਲ ਸਿੰਘ ਨਾਲ ਕੀਤੀਆਂ। ਫਿਰ 8 ਕੇ 9 ਵਾਰ ਕੈਪਟਨ ਅਮਰਿੰਦਰ ਸਿੰਘ ਸੰਤ ਜਰਨੈਲ ਸਿੰਘ ਨੂੰ ਮਿਲੇ। ਇੱਥੋਂ ਤੱਕ ਕਿ ਡਾਕਟਰ ਤਰਲੋਚਨ ਸਿੰਘ ਜੀ ਜਿਹੜੇ ਗਿਆਨੀ ਜੈਲ ਸਿੰਘ ਦੇ ਉਸ ਮੌਕੇ ਦੇ ਕੋਈ ਉਹਦੇ ਨੇੜ ਦੇ ਸਾਥੀ ਸੀ, ਗਿਆਨੀ ਜੈਲ ਸਿੰਘ ਨੇ ਤਰਲੋਚਨ ਸਿੰਘ ਨੂੰ ਕਈ ਵਾਰ
ਸੰਤਾਂ ਕੋਲ ਭੇਜਿਆ। ਇਹ ਹਕੀਕਤ ਆ, ਤਰਲੋਚਨ ਸਿੰਘ ਦੀਆਂ ਇੰਟਰਵਿਊਆਂ ਤੁਸੀਂ ਸੁਣੋਗੇ ਪਤਾ ਲੱਗਦਾ ਹੈ। ਉਹ ਕਹਿੰਦੇ ਮੈਂ ਸੰਤ ਲੌਂਗੋਵਾਲ ਜੀ ਨੂੰ ਪੁੱਛਿਆ ਵੀ ਇੰਦਰਾ ਗਾਂਧੀ ਦੇ ਜਿਹੜੇ ਆ ਉਹ ਨੀਅਤ ਵਿਗੜ ਚੁੱਕੀ ਆ, ਉਹ ਹਮਲਾ ਕਰੂਗੀ, ਤੁਸੀਂ ਇਸ ਮੋਰਚੇ ਨੂੰ ਮੁਲਤਵੀ ਕਰ ਦਿਓ। ਸੰਤ ਲੌਂਗੋਵਾਲ ਨੇ ਕਿਹਾ ਵੀ ਸੰਤ ਜਰਨੈਲ ਸਿੰਘ ਨਾਲ ਗੱਲ ਕਰੋ। ਸੰਤ ਜਰਨੈਲ ਸਿੰਘ ਨੂੰ ਕਹਿੰਦੇ ਮੈਂ ਜਾ ਕੇ ਦੱਸਿਆ। ਹੁਣ ਸੰਤ ਜਰਨੈਲ ਸਿੰਘ ਨੇ ਕਿਹਾ ਵੀ ਮੋਰਚੇ ਦੇ ਡਾਇਰੈਕਟਰ ਸੰਤ ਲੌਂਗੋਵਾਲ ਉਹਨਾਂ ਨਾਲ ਗੱਲ ਕਰੋ। ਕਹਿੰਦੇ ਇਸ ਤਰ੍ਹਾਂ ਕਰਕੇ ਇੱਥੋਂ ਤੱਕ ਗੱਲ ਆ ਗਈ। ਉਹ ਕਹਿੰਦੇ ਵੀ ਸਾਡੀ ਇੱਕ ਮੰਗ ਵੀ ਇੰਦਰਾ ਗਾਂਧੀ ਮੰਨ ਲੇ ਤੇ ਅਸੀਂ ਮੋਰਚਾ ਜਿਹੜਾ ਉਹ ਸਥਗਿਤ ਕਰ ਦਿਆਂਗੇ, ਖਤਮ ਕਰ ਦਿਆਂਗੇ। ਕਹਿੰਦੇ ਮੈਂ ਗਿਆਨੀ ਜੈਲ ਸਿੰਘ ਨੂੰ ਕਿਹਾ ਵੀ ਹੁਣ ਆਪਣਾ ਕੰਮ ਸੂਤ ਆ ਗਿਆ। ਕਹਿੰਦੇ ਕਿਵੇਂ ਜੀ? ਵੀ ਉਹਨਾਂ ਨੇ ਕਿਹਾ ਵੀ ਸਾਡੀ ਇੱਕ ਮੰਗ ਕੋਈ ਮੰਨ ਜਾਣ, ਇਹ ਕਹਿ ਦੇਣ ਵੀ ਅਸੀਂ ਬਾਕੀ ਮੰਗਾਂ ਤੇ ਵਿਚਾਰ ਕਰਦੇ ਹਾਂ ਤੇ ਅਸੀਂ ਮੋਰਚਾ ਜਿਹੜਾ ਕੈਂਸਲ ਕਰਦੇ ਹਾਂ। ਕਹਿੰਦੇ ਉਹ ਕਹਿੰਦੇ ਠੀਕ ਆ। ਜਦੋਂ ਇੰਦਰਾ ਗਾਂਧੀ ਨਾਲ ਗੱਲ ਕੀਤੀ, ਅਸਲ 'ਚ ਇੰਦਰਾ ਗਾਂਧੀ ਇਹ ਚਾਹੁੰਦੀ ਸੀ ਇੱਧਰੋਂ ਸੁਬਰਾਮਣੀਅਮ ਸਵਾਮੀ, ਕੈਪਟਨ ਅਮਰਿੰਦਰ ਸਿੰਘ, ਤਰਲੋਚਨ ਸਿੰਘ ਨੂੰ ਉਲਝਾ ਕੇ ਮੀਡੀਆ 'ਚੋਂ ਆਪਣਾ ਪੱਖ ਰੱਖਣਾ ਚਾਹੁੰਦੀ ਸੀ ਕਿ ਮੈਂ ਸਮਝੌਤੇ ਲਈ ਬਹੁਤ ਯਤਨ ਕਰ ਰਹੀ ਹਾਂ, ਲੇਕਿਨ ਸਿੱਖ ਜਾਂ ਸੰਤ ਜਰਨੈਲ ਸਿੰਘ ਉਹ ਸਮਝੌਤੇ ਲਈ ਮੰਨ ਨਹੀਂ ਰਹੇ, ਇਸ ਕਰਕੇ ਮੈਨੂੰ ਮਜਬੂਰਨ ਉਹ ਹਮਲਾ ਕਰਨਾ ਪਿਆ। ਦਰਅਸਲ ਜਿਹੜੀ ਗੱਲ ਸੀ ਉਹ ਇਹ ਸੀ ਕਿ ਉਹਨੇ ਫੈਸਲਾ ਕੀਤਾ ਸੀ ਕਿ ਮੈਂ ਹਮਲਾ ਕਰਨਾ। ਉਹਦੇ ਲਈ ਉਹਨੇ ਚਕਾਰਤਾ ਵਿੱਚ ਫੌਜ ਨੂੰ ਆਰਡਰ ਦਿੱਤੇ। AK ਸਿਨਹਾ ਜਿਹੜੇ ਫੌਜ ਦੇ ਇੱਕ ਹੋਰ ਜਰਨਲ ਸੀ, ਉਹਨਾਂ ਨੂੰ ਪਹਿਲਾਂ ਹਮਲੇ ਲਈ ਫਰਵਰੀ ਵਿੱਚ ਕਿਹਾ ਵੀ ਤੁਸੀਂ ਹਮਲਾ ਕਰੋ। ਉਹਨੇ ਕਿਹਾ ਮੈਂ ਹਮਲਾ ਨਹੀਂ ਕਰੂੰਗਾ। ਇਸ ਕਰਕੇ ਤਿਆਰੀ ਬੜੀ ਲੰਮੇ ਸਮੇਂ ਤੋਂ, ਤਕਰੀਬਨ 4 ਮਹੀਨੇ ਪਹਿਲਾਂ ਤੋਂ ਇਹ ਤਿਆਰੀ ਜਿਹੜੀ ਆ ਉਹ ਜਿਹੜੀ ਸੀ ਉਹ ਦੇਹਰਾਦੂਨ ਕੋਲੇ ਜਾਂ ਇਸ ਤਰ੍ਹਾਂ ਕਈ ਹੋਰ ਸਥਾਨਾਂ ਤੇ ਉਹ ਇਹਨਾਂ ਨੇ ਤਿਆਰੀ ਆਰੰਭ ਕਰ ਲਈ ਸੀ ਵੀ ਅਸੀਂ ਹਮਲਾ ਕਰਨਾ ਹੈ। ਇਸ ਕਰਕੇ ਇਹਦੀ ਤਿਆਰੀ ਬੜੀ ਸਟਰੋਂਗਲੀ ਤੇ ਬੜੀ ਜਿਹੜੀ ਸੀ ਉਹ ਤਕੜੇ ਤਰੀਕੇ ਨਾਲ ਕੀਤੀ ਸੀ ਵੀ ਅਸੀਂ ਸਿੱਖਾਂ ਨੂੰ। ਇੱਕ ਹੋਰ ਤੁਹਾਨੂੰ ਦੱਸਾਂ ਵੀ ਜੇ ਹਰਿਮੰਦਰ ਸਾਹਿਬ 'ਚ ਇਹਨਾਂ ਦੀ ਇੱਕ ਸੀ ਵੀ ਹਰਿਮੰਦਰ ਸਾਹਿਬ 'ਚ ਸੰਤ ਜਰਨੈਲ ਸਿੰਘ ਰਹਿੰਦੇ ਆ ਤੇ ਉੱਥੇ ਪਨਾਹ ਮਿਲੀ ਹੋਈ ਆ ਜਾਂ ਉਹ ਗਲਤ ਕਾਰਵਾਈਆਂ ਕਰਦੇ ਆ, ਅੱਤਵਾਦ ਫੈਲਾਉਂਦੇ ਆ ਜਾਂ ਇਸ ਤਰ੍ਹਾਂ ਦੀ ਕੋਈ ਗੱਲਾਂ ਦੋਸ਼ ਲਾਉਂਦੇ। 37 ਗੁਰਦੁਆਰਿਆਂ ਤੇ ਹੋਰ ਹਮਲੇ ਕੀਤੇ ਗਏ। ਜੀ ਬਿਲਕੁਲ। ਉਹ ਕਿਉਂ? ਉੱਥੇ ਤਾਂ ਕੋਈ ਅੱਤਵਾਦੀ ਨਹੀਂ ਸੀ, ਕਿਉਂਕਿ ਅਸਲ 'ਚ ਉਹ ਪੰਜਾਬ ਸਿੱਖਾਂ ਨੂੰ ਇੰਨਾ ਕੁ ਦਹਿਸ਼ਤ ਫੈਲਾ ਕੇ ਕਿ ਸਿੱਖ ਬੋਲਣ ਨਾ ਤੇ ਭਾਰਤ ਦੀ ਜਨਤਾ ਨੂੰ ਉਹ ਡਰਾ ਕੇ ਵੀ ਐਡਾ ਵੱਡਾ ਕੰਮ ਇੰਦਰਾ ਗਾਂਧੀ ਹੀ ਕਰ ਸਕਦੀ ਹੈ, ਹੋਰ ਕੋਈ ਨਹੀਂ ਕਰ ਸਕਦਾ। ਵੋਟਾਂ ਲੈਣ ਦੇ ਲਈ ਉਹ 37 ਹਮਲਿਆਂ ਤੇ ਵੀ 37 ਗੁਰਦੁਆਰਿਆਂ ਤੇ ਵੀ ਹੋਰ ਹਮਲੇ ਕੀਤੇ। ਇਸ ਕਰਕੇ ਉਹ ਜਿਹੜੀ ਸੀ ਉਹ ਤਿਆਰੀ ਬੜੀ ਲੰਮੀ ਤੇ ਬੜੀ ਜਿਹੜੀ ਸੀ ਉਹ ਪ੍ਰੀ ਪਲੈਨਿੰਗ ਸੀ ਉਹ ਤਿਆਰੀ। ਇਸ ਕਰਕੇ ਉਹ ਸੰਤ ਜਰਨੈਲ ਸਿੰਘ ਜੀ ਦੀ ਗ੍ਰਿਫਤਾਰੀ ਲਈ ਜਿਹੜੀ ਆ ਉਹ ਹਮਲਾ ਨਹੀਂ ਸੀ। ਇਹ ਹਮਲਾ ਸਿੱਖਾਂ ਨੂੰ ਕੁੱਟਣ ਲਈ, ਸਿੱਖਾਂ ਨੂੰ ਦਬਾਉਣ ਲਈ ਤੇ ਆਪਣੀਆਂ ਵੋਟਾਂ ਜਿੱਤਣ ਲਈ ਸੀ। ਜੇਕਰ ਗੱਲ ਕੀਤੀ ਜਾਵੇ ਸਰਕਾਰੀ ਦਾਖਲੇ ਦੀ, ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸਰਕਾਰੀ ਦਾਖਲੇ ਦੇ ਹੁਕਮਾਂ ਦੀ ਜਦੋਂ ਗੱਲ ਆਈ ਸੀ ਤਾਂ ਉਸ ਵੇਲੇ ਅੰਮ੍ਰਿਤਸਰ ਦੇ ਜਿਹੜੇ ਡਿਪਟੀ ਕਮਿਸ਼ਨਰ ਸਨ ਗੁਰਦੇਵ ਸਿੰਘ ਹੋਣੀ ਸੀ, ਪਰ ਕਿਹਾ ਜਾਂਦਾ ਹੈ ਕਿ ਉਸ ਵੇਲੇ ਉਹਨਾਂ ਨੇ ਦਸਤਕ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਹਨਾਂ ਨੂੰ ਜਬਰੀ ਜਿਹੜਾ ਲੰਬੀ ਛੁੱਟੀ ਤੇ ਭੇਜਿਆ ਗਿਆ ਸੀ। ਤੇ ਉਸ ਤੋਂ ਬਾਅਦ ਜਿਹੜਾ ਚਾਰਜ ਸੀ ਉਹ ਉੱਥੋਂ ਦੇ ਬਾਅਦ ਵਿੱਚ ਰਮੇਸ਼ ਇੰਦਰ ਸਿੰਘ ਹੋਣਾ ਨੂੰ ਸੌਂਪਿਆ ਗਿਆ ਸੀ। ਪਰ ਹਾਲ ਹੀ ਦੇ ਵਿੱਚ ਉਹਨਾਂ ਦਾ ਇੱਕ ਬਿਆਨ ਵੀ ਆਉਂਦਾ ਹੈ ਤੇ ਉਹ ਆਪਣੀ ਸਫਾਈ ਵੀ ਪੇਸ਼ ਕਰਦੇ ਨੇ। ਹਾਂ, ਉਹ ਬੜਾ ਜਿਹੜਾ ਨਾ ਵਿਸ਼ਾ ਉਹ ਇੱਕ ਵਿਚਾਰ ਦਾ ਵਿਸ਼ਾ ਹੈ। ਤੇ ਮੈਂ ਕੱਲ ਸੁਣ ਰਿਹਾ ਸੀ ਰਮੇਸ਼ ਇੰਦਰ ਸਿੰਘ, ਉਹ ਕਹਿ ਰਿਹਾ ਵੀ ਉਹਨਾਂ ਨੇ ਅਪ੍ਰੈਲ 'ਚ ਹੀ ਛੁੱਟੀ ਲੈਣ ਵਾਸਤੇ ਉਹਨਾਂ ਨੇ ਅਮਰੀਕਾ ਜਾਣਾ ਸੀ, ਇਸ ਤਰ੍ਹਾਂ ਕਰਨਾ ਸੀ। ਉਹ ਮੈਂ ਬੇਨਤੀ ਕਰੂੰਗਾ ਵੀ ਉਹ ਜਿਹੜਾ ਸਾਡੇ ਸਿੱਖ ਵਿਦਵਾਨ ਇਹਨਾਂ ਨੂੰ ਜ਼ਰੂਰ ਇਹ ਵਾਚਣ ਵੀ ਕੀ ਗੁਰਦੇਵ ਸਿੰਘ ਜੀ ਨੇ ਅਸਤੀਫਾ ਦਿੱਤਾ ਸੀ, ਕੀ ਗੁਰਦੇਵ ਸਿੰਘ ਜੀ ਨੂੰ ਜਬਰਨ ਹਟਾਇਆ ਗਿਆ ਸੀ, ਰਮੇਸ਼ ਇੰਦਰ ਗਰੇਵਾਲ ਨੂੰ ਲਿਆਂਦਾ ਗਿਆ ਸੀ, ਜਾਂ ਉਹਨਾਂ ਦਾ ਪਹਿਲਾਂ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਸੀ। ਉਹ ਇੱਕ ਜਾਂਚ ਦਾ ਵਿਸ਼ਾ ਜ਼ਰੂਰ ਹੈਗਾ। ਵੈਸੇ ਪਹਿਲਾਂ ਤਾਂ ਮੰਨਿਆ ਜਾਂਦਾ ਸੀ ਵੀ ਗੁਰਦੇਵ ਸਿੰਘ ਜੀ ਨੇ ਉਹਨੂੰ ਨਹੀਂ ਦਸਤਖਤ ਕੀਤੇ ਤਾਂ ਉਹਨੂੰ ਹਟਾ ਦਿੱਤਾ ਗਿਆ, ਲੇਕਿਨ ਹੁਣ ਕੱਲ੍ਹ ਜਿਹੜੀ ਉਹਨਾਂ ਦੀ ਮੈਂ ਪਰਸੋਂ ਵੀ ਇੰਟਰਵਿਊ ਆਈ ਆ ਰਮੇਸ਼ ਇੰਦਰ ਸਿੰਘ ਦੀ, ਉਹਨੇ ਇਹ ਜਿਹੜਾ ਸੀ ਵਿਸ਼ਾ ਇਹ ਵਿਚਾਰ ਅਧੀਨ ਲੈ ਆਂਦਾ। ਇਹ ਜ਼ਰੂਰ ਵਿਚਾਰਨਾ ਚਾਹੀਦਾ ਸਾਨੂੰ ਵੀ ਇਹ, ਤੇ ਜੇ ਉਹ ਇਸ ਤਰ੍ਹਾਂ ਸੀ ਤਾਂ ਉਹਨੇ ਤਾਂ ਹੋਰ ਵੀ ਕਿਉਂ ਕਹਿੰਦੇ ਸਾਨੂੰ ਤਾਂ ਕਿਸੇ ਨੂੰ ਵੀ ਪਤਾ ਨਹੀਂ ਸੀ। ਗੁਰਦੇਵ ਸਿੰਘ ਨੂੰ ਮੈਂ 3 ਤਰੀਕ ਨੂੰ ਮਿਲਿਆ, ਕੋਈ ਉਹਨਾਂ ਨੂੰ ਨਹੀਂ ਪਤਾ ਸੀ ਵੀ ਐਂ ਹਮਲਾ ਹੋ ਜਾਣਾ ਤੇ ਕਿਸੇ ਨੂੰ ਸਾਨੂੰ ਪਤਾ ਨਹੀਂ ਸੀ, ਨਾ ਮੈਨੂੰ ਪਤਾ ਸੀ। ਉਹ ਤਾਂ ਬੜਾ ਉਹ ਕਈ ਤੱਥ ਉਹਨਾਂ ਨੇ ਜਿਹੜੇ ਉਹ ਹੋਰ ਜਿਹੜੇ ਆ ਜਿਹੜੇ ਉਹ ਕੌਮ ਦੇ ਸਾਹਮਣੇ ਰੱਖੇ ਉਹ ਵਿਚਾਰਨ ਵਾਲੇ ਆ। ਕੌਮ ਨੂੰ ਵਿਚਾਰਨਾ ਚਾਹੀਦਾ ਉਹ ਸਾਰੀਆਂ ਹਿਸਟਰੀ ਨੂੰ। ਗਿਆਨੀ ਜੀ, ਜੇਕਰ ਗੱਲ ਕੀਤੀ ਜਾਵੇ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਦੀ, ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪੂਰਨ ਤੌਰ ਤੇ ਇਤਿਹਾਸ ਬਾਰੇ ਪਤਾ ਹੀ ਨਹੀਂ। ਹਾਲਾਂਕਿ ਜਿੰਨਾ ਕੁ ਅਸੀਂ ਕਿਤਾਬਾਂ 'ਚ ਪੜ੍ਹਦੇ ਆਏ ਆ ਉਹਨਾਂ ਨੂੰ ਪਤਾ ਹੁੰਦਾ ਕਿ 6 ਜੂਨ ਨੂੰ ਹਮਲਾ ਹੋਇਆ ਸੀਗਾ। ਸੋ ਅੱਜ ਦੇ ਜਿਹੜੇ ਲੋਕ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਜਦ ਹਮਲਾ ਦੀਆਂ ਤਿਆਰੀਆਂ ਹੁੰਦੀਆਂ ਨੇ 1 ਜੂਨ ਤੋਂ ਜਿਹੜਾ ਫੌਜਾਂ ਜਿਹੜੀਆਂ ਲੱਗ ਜਾਂਦੀਆਂ ਨੇ ਦਰਬਾਰ ਸਾਹਿਬ ਦੇ ਆਲੇ ਦੁਆਲੇ, ਉੱਥੇ ਹੋਰ ਕੌਣ ਮੌਜੂਦ ਸੀ? ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸਨ, ਹੋਰ ਕਿਹੜੇ ਅੰਦਰ ਲੀਡਰ ਮੌਜੂਦ ਸਨ? ਹਾਂ, ਉੱਥੇ ਅਸਲ ਘੇਰਾ ਪੈ ਗਿਆ। ਉੱਥੇ ਸੰਤ ਜਰਨੈਲ ਸਿੰਘ ਵੀ ਸੀ
ਤੇ 6 ਜੂਨ 1 ਜੂਨ ਨੂੰ ਜਿਹੜੀ ਸੀ ਉਹ CRP ਤੇ BS ਫੌਜ ਜਿਹੜੀ ਲੱਗੀ ਸੀ, ਫੌਜ ਨਹੀਂ ਸੀ ਲੱਗੀ ਅਜੇ। ਹਾਲਾਂਕਿ ਫੌਜ ਜਿਹੜੀ ਆ ਉਹ 29 ਮਈ ਨੂੰ ਉਹ ਫੌਜ ਜਿਹੜੀ ਆ ਅੰਮ੍ਰਿਤਸਰ ਆ ਚੁੱਕੀ ਸੀ, ਲੇਕਿਨ ਉਹਨੇ ਚਾਰਜ ਨਹੀਂ ਸੰਭਾਲਿਆ ਸੀ। ਤੇ 1 ਜੂਨ ਨੂੰ CRP ਨੇ ਬਿਨਾਂ ਕਿਸੇ ਗੱਲਬਾਤ ਤੋਂ ਹਮਲਾ ਕੀਤਾ ਬਾਬੇ ਟੱਲ ਤੇ ਇਹ ਜਿਹੜੇ ਸੀ ਲੰਗਰ ਵਾਲੇ ਪਾਸੇ ਗੋਲੀਆਂ ਚਲਾਈਆਂ, ਸਰਾਂ ਵਾਲੇ ਪਾਸੇ ਗੋਲੀਆਂ ਚਲਾਈਆਂ। ਉਹ 'ਚ 11 ਸਿੰਘ ਸਾਡੇ ਉਹ ਸ਼ਹੀਦ ਹੋਏ। ਤੇ 3 ਜੂਨ ਨੂੰ ਜਿਹੜੀ ਉਹ ਜਿਹੜਾ ਪੰਜਾਬ ਮਿਲਟਰੀ ਦੇ ਹਵਾਲੇ ਕੀਤਾ ਜਾਂਦਾ ਹੈ। ਤੇ 3 ਸ਼ਾਮ ਤੋਂ ਲੈ ਕੇ ਜਿਹੜਾ ਹੈ ਉਹ 6 ਸਵੇਰ ਤੱਕ ਅੰਮ੍ਰਿਤ ਵੇਲੇ ਤੱਕ 10 ਕੁ ਵਜੇ ਤੱਕ ਉਹ ਜਿਹੜੀ ਗੋਲਾਬਾਰੀ ਉਹ ਹੁੰਦੀ ਰਹੀ ਹੈ। ਤੇ ਇਹ ਜਿਹੜਾ ਹੈ ਇਹ ਮਿਲਟਰੀ ਐਕਸ਼ਨ ਸੀ। ਉੱਥੇ ਸੰਤ ਜਰਨੈਲ ਸਿੰਘ ਜੀ ਸੀ, ਉਹਨਾਂ ਦੇ ਨਾਲ ਸਾਥੀ ਜਿਹੜੇ ਸੀ ਉਹ ਭਾਈ ਮਰੀਕ ਸਿੰਘ ਜੀ, ਜਨਰਲ ਸ਼ਬੇਗ ਸਿੰਘ ਜੀ, ਬਾਬਾ ਥਾਰਾ ਸਿੰਘ ਜੀ, ਇੱਧਰ ਦੂਜੇ ਪਾਸੇ ਸੰਤ ਹਰਚੰਦ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌੜਾ, ਇਹ ਸਾਰੇ ਬਲਵੰਤ ਸਿੰਘ ਰਾਮੂ ਵਾਲੀਆ, ਇਹ ਸਾਰੇ ਬੰਦੇ ਉੱਥੇ ਮੌਜੂਦ ਸੀਗੇ ਦਰਬਾਰ ਸਾਹਿਬ ਦੇ ਅੰਦਰ। ਜੇਕਰ ਗੱਲ ਕੀਤੀ ਜਾਵੇ ਸਿੱਖ ਸੰਗਤ ਨੂੰ ਅੰਦਰ ਆਉਣ ਦੀ ਆਗਿਆ ਦਿੱਤੀ ਜਾਂਦੀ ਸੀ, ਪਰ ਕੋਈ ਉੱਥੋਂ ਬਾਹਰ ਨਹੀਂ ਨਿਕਲਦਾ ਸੀਗਾ। ਇਹ ਵੀ ਇੱਕ ਪਲਾਨ ਦਾ ਹਿੱਸਾ ਸੀ। ਹਾਂ, ਪਲਾਨ ਦਾ ਹਿੱਸਾ ਸੀ। ਉਹੀ ਨਾ ਵੀ ਵੱਧ ਤੋਂ ਵੱਧ ਸਿੱਖਾਂ ਨੂੰ ਕਿਵੇਂ ਮਾਰਿਆ ਜਾਊਗਾ। ਇਸੇ ਕਰਕੇ ਉਹਨਾਂ ਨੇ 6 ਜੂਨ ਉਹ ਜਿਹੜਾ ਸੀ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਦਾ ਸਮਾਂ ਉਹ 3 ਜੂਨ ਨੂੰ ਉਹ ਨਿਸ਼ਚਿਤ ਕੀਤਾ ਤੇ ਸੰਗਤਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਗਈ। ਵੇਖੋ, ਇੱਕ ਤਾਂ ਜੇ ਇਹ ਕੋਈ ਪਲਾਨ ਤਾਂ ਇਹ ਤਾਂ ਨਹੀਂ ਸੀ ਵੀ ਪਲਾਨ ਜਿਹੜਾ ਬਣਿਆ ਉਹ ਯਕਦਮ ਬਣ ਗਿਆ। ਜੇ ਚਲੋ ਠੀਕ ਆ, ਬਾਹਰ ਓਪਨਲੀ ਲੋਕਾਂ ਨੂੰ ਨਹੀਂ ਪਤਾ ਸੀ, ਲੇਕਿਨ ਸਰਕਾਰੀ ਤਾਂ ਤੰਤਰ ਨੂੰ ਪਤਾ ਸੀ ਨਾ ਵੀ ਅਸੀਂ ਮਿਲਟਰੀ ਲਾਉਣੀ ਆ, ਅਸੀਂ ਅਟੈਕ ਕਰਨਾ, ਅਸੀਂ ਇਸ ਤਰ੍ਹਾਂ ਹਮਲਾ ਕਰਨਾ। ਤੇ ਉਹਨਾਂ ਨੇ ਪਹਿਲਾਂ ਜੇ ਉਹ ਚਾਹੁੰਦੇ ਸੀ ਵੀ ਘੱਟ ਨੁਕਸਾਨ ਹੋਵੇ ਤੇ ਉਹ 1 ਜੂਨ ਨੂੰ ਕਰਫਿਊ ਲਾਤਾ ਸੀ ਤੇ 3 ਜੂਨ ਨੂੰ ਸੰਗਤਾਂ ਨੂੰ ਆਉਣ ਦੀ ਇਜਾਜ਼ਤ ਕਿਉਂ ਦਿੱਤੀ ਗਈ। ਇਹ ਸਵਾਲ ਜਿਹੜੇ ਆ ਉਹ ਵਿਚਾਰ ਦਾ ਵਿਸ਼ਾ ਹੈ, ਚਰਚਾ ਦਾ ਵਿਸ਼ਾ ਹੈ। ਉਹ ਸੋਚਣਾ ਪਊਗਾ ਕੌਮ ਨੂੰ ਵੀ 3 ਜੂਨ ਨੂੰ ਉਹਨਾਂ ਨੇ ਸੰਗਤ ਨੂੰ ਅੰਦਰ ਆਉਣ ਦਿੱਤਾ ਤੇ ਮੁੜ ਕੇ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ। ਫਿਰ ਕੋਈ ਹਮਲਾ ਕਰਨ ਤੋਂ ਪਹਿਲਾਂ ਕੋਈ ਉਹਨਾਂ ਨੇ ਅਨਾਉਂਸਮੈਂਟ ਨਹੀਂ ਕੀਤੀ, ਕੋਈ ਉਹਨਾਂ ਨੇ ਜਿਹੜੀ ਸੀ ਉਹ ਜਿਹੜੀ ਹੁੰਦੀ ਆ ਪਹਿਲਾਂ ਆਪਾਂ ਦਿੰਨੇ ਆ ਉਹਨੂੰ ਕੀ ਕਹਿੰਦੇ ਆ ਚੈਲੰਜ ਦਿੱਤਾ ਵੀ ਭਾਈ ਜੀ ਨੇ ਬਾਹਰ ਨਿਕਲਣਾ ਨਿਕਲ ਜਾਓ, ਜਿਹੜੇ ਹੱਥ ਖੜੇ ਕਰਕੇ ਬਾਹਰ ਆਉਣਾ ਚਾਹੁੰਦੇ ਆ ਜਾਓ, ਅਸੀਂ ਹਮਲਾ ਕਰਨ ਲੱਗੇ ਆ। ਕੋਈ ਇਸ ਤਰ੍ਹਾਂ ਦਾ ਸੰਗਤ ਨੂੰ ਅਗਾਹ ਨਹੀਂ ਕੀਤਾ। ਅਚਨਚੇਤ ਕਰਫਿਊ ਲਾ ਕੇ ਸਾਰੀ ਸੰਗਤ ਨੂੰ ਗੋਲੀਆਂ ਨਾਲ ਭੁੰਨਤਾ। ਇਹ ਮਤਲਬ ਉਹੀ ਸੀ ਕਿਉਂਕਿ ਉਹ ਮੀਡੀਆ 'ਚ ਲੋਕਾਂ ਨੂੰ ਵਿਖਾਉਣਾ ਚਾਹੁੰਦੇ ਸੀ ਵੀ ਅੰਦਰ ਇੰਨੇ ਸਿੱਖ ਅਸੀਂ ਮਾਰਤੇ ਆ। ਅਸਲ ਇੰਦਰਾ ਗਾਂਧੀ ਭਾਰਤ ਨੂੰ ਇਹ ਵਿਖਾਉਣਾ ਚਾਹੁੰਦੀ ਸੀ, ਦੇਸ਼ ਦੇ ਲੋਕਾਂ 'ਚ ਹਊਆ ਪੈਦਾ ਕਰਨਾ ਚਾਹੁੰਦੀ ਸੀ ਤੇ ਲੋਕਾਂ ਵਿੱਚ ਆਪਣੀ ਇੱਕ ਹੀਰੋ ਬਣਨ ਵਾਸਤੇ ਵੀ ਮੈਂ ਇੰਨੇ ਸਿੱਖ ਮਾਰਤੇ। ਉਹ ਇਹ ਵੀ ਵੱਧ ਤੋਂ ਵੱਧ ਸਿੱਖ, ਕਿਉਂਕਿ ਜਿਹੜੇ ਲੜਨ ਵਾਲੇ ਸਿੰਘ ਸੀ ਉਹ ਤਾਂ ਸਾਰੇ ਤਕਰੀਬਨ 200 ਦੇ ਲਗਭਗ ਸੀ, ਇਹ ਤੋਂ ਵੱਧ ਨਹੀਂ ਸੀ ਬੰਦੇ। ਤੇ ਜੇ 200 ਬੰਦਾ ਮਾਰਿਆ ਜਾਂਦਾ, 200 ਬੰਦੇ ਤੇ ਹਮਲਾ ਹੁੰਦਾ ਤੇ ਬੜੀ ਸ਼ਰਮ ਦੀ ਗੱਲ ਸੀ ਵੀ 200 ਬੰਦੇ ਨੂੰ ਫੜਨ ਵਾਸਤੇ ਵੀ ਲੱਖਾਂ ਦੀ ਗਿਣਤੀ 'ਚ ਫੌਜ ਭੇਜੀ ਗਈ ਵੀ ਭਾਰਤੀ ਫੌਜ ਨਾਲੋਂ ਮਤਲਬ ਫਿਰ ਉਹ 200 ਬੰਦਾ ਹਾਵੀ ਸੀ। ਇਸ ਕਰਕੇ ਉਹ ਵੱਧ ਤੋਂ ਵੱਧ ਸਿੱਖਾਂ ਨੂੰ ਕਤਲੇਆਮ ਕਰਨਾ ਚਾਹੁੰਦੀ ਸੀ ਔਰ ਉਹਨੇ ਕੀਤਾ। ਇਸ ਕਰਕੇ ਉਹਨੇ ਇਹ ਛੁੱਟੀ ਦਿੱਤੀ, ਸੰਗਤਾਂ ਨੂੰ ਅੰਦਰ ਆਉਣ ਦਿੱਤਾ, ਸੰਗਤਾਂ ਨੂੰ ਮਾਰਿਆ ਗਿਆ। ਜੇਕਰ ਗੱਲ ਕੀਤੀ ਜਾਵੇ, ਬਹੁਤ ਸਾਰੇ ਅੱਜ ਲੋਕਾਂ ਦੇ ਮਨਾਂ 'ਚ ਸਵਾਲ ਵੀ ਨੇ ਕਿ ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮੌਜੂਦ ਸੀ, ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ, ਉਹਨਾਂ ਨੂੰ ਫੜਨ ਦੇ ਲਈ ਜਿਹੜਾ ਇਹ ਅਟੈਕ ਦਾ ਜਿਹੜਾ ਪਲੈਨਿੰਗ ਕੀਤੀ ਗਈ ਸੀ, ਇਹ ਕਿੰਨਾ ਕੁ ਸੱਚ ਆ? ਨਹੀਂ, ਮੈਂ ਤਾਂ ਰਮ 'ਚ ਹੀ ਦੱਸਿਆ ਹੈ ਵੀ ਇਹ ਅਟੈਕ ਸੰਤ ਜਰਨੈਲ ਸਿੰਘ ਵਾਸਤੇ ਨਹੀਂ ਸੀ। ਸੰਤ ਜਰਨੈਲ ਸਿੰਘ ਹਰਿਮੰਦਰ ਸਾਹਿਬ ਸੀ, 37 ਹੋਰ ਗੁਰਦੁਆਰੇ ਤੇ ਕਿਉਂ? ਪਹਿਲਾ ਸਵਾਲ। ਦੂਜੀ ਗੱਲ, ਕੀ ਹਮਲਾ ਹੀ ਆਖਰੀ ਆਪਸ਼ਨ ਸੀ ਕਿ ਉਦੋਂ ਪਹਿਲਾਂ ਵੇਖੋ ਕੋਈ ਵੀ ਕੰਮ ਹੋਵੇ, ਮੈਂ ਤੁਹਾਨੂੰ 2 ਉਦਾਹਰਨਾਂ ਦੇਵਾਂਗਾ। ਇੱਕ ਹਜ਼ਰਤ ਬਲ ਕਸ਼ਮੀਰ 'ਚ ਉਦੋਂ ਪਿੱਛੋਂ ਐਕਸ਼ਨ ਹੋਇਆ ਸੀ, ਸ਼ਾਇਦ ਤੁਹਾਡੀ ਨੌਲੇਜ ਹੋਵੇ। ਉੱਥੇ ਕੁਝ ਬੰਦੇ ਹਜ਼ਰਤ ਬਲ ਦਰਗਾਹ 'ਚ ਵੜ ਗਏ, ਇਹਨਾਂ ਨੇ ਘੇਰਾ ਪਾਈ ਰੱਖਿਆ, ਕੋਈ ਉੱਥੇ ਫੌਜੀ ਐਕਸ਼ਨ ਨਹੀਂ ਕੀਤਾ, ਉਹਨਾਂ ਨੂੰ ਮਜਬੂਰਨ ਬਾਹਰ ਆਉਣਾ ਪਿਆ। ਦੂਜਾ ਇੱਕ ਸ਼ਾਇਦ ਤੁਹਾਨੂੰ ਪਤਾ ਹੋਵੇ, ਅਕਸ਼ਰਧਾਮ 'ਚ ਗੁਜਰਾਤ 'ਚ ਉਦੋਂ ਵੀ ਉੱਥੇ ਵੀ ਕੁਝ ਖੜਕੂ ਬੰਦੇ ਅੰਦਰ ਵੜ ਗਏ ਸੀ ਮੁਸਲਮਾਨ, ਤਾਂ ਇਹਨਾਂ ਨੇ ਉਹਨੂੰ ਘੇਰਾ ਪਾਈ ਰੱਖਿਆ ਤੇ ਉਹਨਾਂ ਨੂੰ ਮਜਬੂਰਨ ਬਾਹਰ ਆਉਣਾ ਪਿਆ। ਤੇ ਇਹਨਾਂ ਨੇ ਬਿਨਾਂ ਕਿਸੇ ਫੌਜੀ ਐਕਸ਼ਨ ਤੋਂ ਇੱਕ ਦਰਗਾਹ 'ਚ ਮੁਸਲਮਾਨਾਂ ਦੀ ਜਗ੍ਹਾ 'ਚ, ਇੱਕ ਹਿੰਦੂਆਂ ਦੇ ਅਕਸ਼ਰਧਾਮ 'ਚ ਕੋਈ ਫੌਜੀ ਐਕਸ਼ਨ ਨਹੀਂ, ਉੱਥੋਂ ਬੰਦੇ ਜਿਹੜੇ ਫੜਨੇ ਚਾਹੁੰਦੇ ਸੀ ਫੜ ਲਏ ਇਹਨਾਂ ਨੇ। ਤਾਂ ਦਰਬਾਰ ਸਾਹਿਬ 'ਚ ਹਮਲਾ ਕਿਉਂ? ਕੀ ਦਰਬਾਰ ਸਾਹਿਬ 'ਚ ਉੱਥੇ ਜਿਹੜਾ ਸੀ ਘੇਰਾ ਪਾ ਕੇ ਬਹਿ ਨਹੀਂ ਸਕਦੇ ਸੀ? ਕੀ ਦਰਬਾਰ ਸਾਹਿਬ 'ਚ ਉੱਥੇ ਕਿੰਨੇ ਕੁ ਦਿਨ ਅੰਦਰ ਰੁਕ ਜਾਂਦੇ ਬੰਦੇ? 5 ਨਹੀਂ, 10 ਨਹੀਂ, 20 ਮਹੀਨਾ। ਅਕਸਰ ਤਾਂ ਰੋਟੀ ਪਾਣੀ ਤੋਂ ਬਿਨਾਂ
ਮਜਬੂਰਨ ਬਾਹਰ ਆਉਣਾ ਹੀ ਪੈਣਾ ਸੀ। ਲੇਕਿਨ ਇਹ ਅਸਲ ਮੈਂ ਤੁਹਾਨੂੰ ਆਰੰਭ 'ਚ ਦੱਸਿਆ ਵੀ ਇਹ ਸਿੱਖਾਂ ਨੂੰ ਕੁਚਲਣ ਦੀ, ਪੰਜਾਬ ਨੂੰ ਕੁਚਲਣ ਦੀ ਜਿਹੜੀ ਉਹ ਮਨਸੂਬੇ ਨਾਲ ਹੀ ਕੀਤਾ ਗਿਆ। ਸੰਤ ਜਰਨੈਲ ਸਿੰਘ ਦਾ ਤਾਂ ਇਹ ਇੱਕ ਮੈਟਰ ਬਣਾ ਲਿਆ। ਸੰਤ ਜਰਨੈਲ ਸਿੰਘ ਕਰਕੇ ਨਹੀਂ ਹਮਲਾ, ਇਹ ਸਮੁੱਚੀ ਕੌਮ ਤੇ ਹਮਲਾ ਸੀ। ਗੱਲ ਕਰਦੇ ਹਾਂ ਰੂਹਾਨੀਅਤ ਦੀ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਹੁੰਦਾ ਹੈ। ਅੰਦਰਲੇ ਉਸ ਵੇਲੇ ਤੇ ਅੰਦਰਲੇ ਹਾਲਾਤ ਕੀ ਸੀ ਉਸ ਟਾਈਮ ਤੇ, ਜਿਸ ਤੋਂ ਜਿੱਦਾਂ ਸੰਤ ਜੀ ਵੀ ਉੱਥੇ ਸੀ, ਸੰਗਤਾਂ ਵੀ ਅੰਦਰ ਸਨ ਤੇ ਅੰਦਰ ਜੋ ਲੰਗਰ ਦੇ ਜਿਹੜੇ ਕੰਪਲੈਕਸ ਸੀ, ਜਿੱਥੇ ਲੰਗਰ ਹਾਲ ਸੀ, ਉਹ ਵੀ ਸਾਰਾ ਬੰਦ ਕਰ ਦਿੱਤਾ ਗਿਆ ਸੀ। ਫਿਰ 6 ਦਿਨ ਲੋਕ ਅੰਦਰ ਰਹੇ ਕਿਉਂਕਿ ਪਹਿਲਾਂ ਘੇਰਾਬੰਦੀ ਹੋ ਜਾਂਦੀ ਹੈ। 1 ਜੂਨ ਤੋਂ ਵੀ ਹਮਲਾ ਹੁੰਦਾ ਆ। ਸੋ 6 ਨੂੰ ਪ੍ਰੋਪਰ ਜਿਹੜਾ ਹਮਲਾ ਅਟੈਕ ਕੀਤਾ ਜਾਂਦਾ ਹੈ। ਪਰ ਜਿਹੜੇ 5 ਦਿਨ ਦੇ ਹਾਲਾਤ ਕੀ ਸੀ ਉੱਥੋਂ ਦੇ? ਜਦੋਂ ਜਿਹੜੇ ਬੰਦੇ ਉੱਥੇ ਅੰਦਰ ਰਹੇ ਆ ਉਹਨਾਂ ਨੂੰ ਪਤਾ ਲੱਗਦਾ ਹੈ ਹਾਲਾਤ ਬੜੇ ਨਾਜ਼ੁਕ ਸੀ। ਪਰ ਇੰਨੀ ਜ਼ਰੂਰ ਸੀ ਵੀ ਸਿੱਖਾਂ ਦੇ ਮਨ ਵਿੱਚ ਬਹੁਤ ਗੁੱਸਾ ਸੀ ਤੇ ਉਸ ਗੁੱਸੇ ਕਰਕੇ ਸਿੱਖਾਂ ਦੇ ਵਿੱਚ ਇੱਕ ਜੋਸ਼ ਮਹਾਰਾਜ ਜੀ ਨੇ ਐਸਾ ਭਰਿਆ ਕਿ ਉਹ ਸਿੱਖ ਜਿਹੜੇ ਸੀ ਉਹ ਡਰ, ਉਹਨਾਂ ਦੇ ਖੌਫ ਨਹੀਂ ਸੀ ਉਹਨਾਂ ਦੇ ਮਨ 'ਚ, ਚੜ੍ਹਦੀ ਕਲਾ ਸੀ। ਤੇ ਸਭ ਦੇ ਮਨ 'ਚ ਇਹ ਸੀ ਵੀ ਜਿਹੜਾ ਇੱਥੇ ਆਊਗਾ ਅਸੀਂ ਸੁੱਕਾ ਨਹੀਂ ਜਾਣ ਦਿਆਂਗੇ। ਇਹ ਸੰਤ ਜਰਨੈਲ ਸਿੰਘ ਦਾ ਜਿਹੜਾ ਚੈਲੰਜ ਸੀ ਨਾ ਵੀ ਜੇ ਕੋਈ ਆਊਗਾ ਤੇ ਉਹ ਇਹ ਨਹੀਂ ਵੀ ਕੋਈ ਫੜ ਕੇ ਲੈ ਜਾਊਗਾ, ਇੱਕ ਵਾਰੀ ਟਰੱਕਾਂ ਦੇ ਟਰੱਕ ਭਰ ਕੇ ਤੋੜ ਦਿਆਂਗੇ। ਉਹ ਜਿਹੜੀ ਗੱਲ ਸੀ ਉਹ ਹਰ ਸਿੱਖ ਦੇ ਉੱਥੇ ਮੈਂ ਈਵਨ ਇਹ ਵੀ ਸੁਣਿਆ ਬੀਬੀਆਂ ਤੇ ਬੱਚਿਆਂ ਦੇ ਮਨ ਵਿੱਚ ਵੀ ਇਹ ਗੱਲ ਸੀ ਵੀ ਅੱਜ ਐਦੂ ਜਿਹੜਾ ਨਾ ਵੀ ਅੱਗੇ ਜਿਵੇਂ ਆਮ ਇਹ ਪ੍ਰਸਿੱਧ ਕਹਾਵਤ ਹੈ ਵੀ ਮੱਕਿਓਂ ਪਰੇ ਉਜਾੜ ਹੈ। ਉਹ ਕਹਿੰਦੇ ਜੇ ਹਰਿਮੰਦਰ ਸਾਹਿਬ ਤੇ ਹਮਲਾ ਹੋ ਗਿਆ ਤੇ ਇਹ ਤੋਂ ਬਾਅਦ ਅਸੀਂ ਜੀ ਕੇ ਵੀ ਕੀ ਲੈਣਾ। ਇਸ ਕਰਕੇ ਉੱਥੇ ਹਰ ਬੱਚਾ ਜਿਹੜਾ ਸੀ ਨਾ ਉਹ ਇੱਕ ਬੰਬ ਬਣ ਗਿਆ ਸੀ। ਮੈਂ ਤਾਂ ਤੁਹਾਨੂੰ ਦੱਸਾਂ ਜਿਹੜੀਆਂ ਬੀਬੀਆਂ ਸੀ ਉਹ ਲੰਗਰ ਪਕਾ ਕੇ ਲਿਆਉਣ ਦੀ ਸੇਵਾ ਕਰਦੀਆਂ ਰਹੀਆਂ। ਜਿਹੜੇ ਬੱਚੇ ਸੀ, ਜਿਹੜੇ ਛੋਟੇ ਸੀ, ਜਿਨ੍ਹਾਂ ਨੂੰ ਹਥਿਆਰ ਨਿਸ਼ਾਨੇ ਨਹੀਂ ਲਾਉਣੇ ਆਉਂਦੇ ਸੀ, ਉਹ ਮੈਗਜ਼ੀਨ ਭਰ ਕੇ ਸਿੰਘਾਂ ਨੂੰ ਦਿੰਦੇ ਰਹੇ, ਗੰਨਾਂ ਬਦਲਦੇ ਰਹੇ, ਉਹ ਸਿੰਘਾਂ ਨੂੰ ਪਾਣੀ ਦਿੰਦੇ ਰਹੇ। ਇਸ ਤਰ੍ਹਾਂ ਕਰਕੇ ਉਹ ਉੱਥੇ ਜਿਹੜਾ ਵਾਤਾਵਰਨ ਸੀ, ਠੀਕ ਆ, ਤਸ਼ੱਦਦ, ਜ਼ੁਲਮ, ਬੜੇ ਦੁੱਖ ਸਹੇ ਉਹਨਾਂ ਨੇ, ਲੇਕਿਨ ਉਹਨੇ ਇੱਕ ਇਤਿਹਾਸ ਸਿਰਜ ਕੇ ਰੱਖਤਾ ਵੀ ਉੱਥੇ ਦੀਆਂ ਬੀਬੀਆਂ ਨੇ, ਉੱਥੋਂ ਦੇ ਬੱਚਿਆਂ ਨੇ, ਸਭ ਨੇ ਜਿੰਨਾ ਯੋਗਦਾਨ ਸੀ ਉਹਦੇ 'ਚ ਪਾਇਆ ਤੇ ਔਰ ਮੂੰਹ ਤੋੜ ਮੈਂ ਜਵਾਬ ਦਿੱਤਾ। ਤਾਂ ਹੀ ਐਡੀ ਵੱਡੀ ਉਹ ਕਾਮਯਾਬੀ ਸਿੱਖ ਕੌਮ ਦੇ ਹੱਥ ਆਈ ਸੀ। ਗੱਲ ਕਰਦੇ ਹਾਂ, ਹਰ ਚੀਜ਼ ਜਿਹੜੀ ਬੰਦ ਕਰ ਦਿੱਤੀ ਗਈ, ਬਿਜਲੀ ਵੀ ਬੰਦ ਕਰ ਦਿੱਤੀ ਗਈ, ਉੱਥੇ ਲੰਗਰ ਪਾਣੀ ਦੀ ਵਿਵਸਥਾ ਬੰਦ ਕਰ ਦਿੱਤੀ ਗਈ। ਤੇ ਨਾਲ ਗੱਲ ਕਰਦੇ ਕਿ ਹਾਲਾਂਕਿ ਜਿਹਨੇ ਪੱਤਰਕਾਰ ਸੀ ਉਹਨਾਂ ਦੀਆਂ ਅੰਦਰ ਆਉਣ ਤੇ ਵੀ, ਜਾਂ ਵਿਦੇਸ਼ੀ ਪੱਤਰਕਾਰ ਸੀ ਜਾਂ ਪੰਜਾਬ ਦੇ ਪੱਤਰਕਾਰ ਸੀ, ਉਹਨਾਂ ਦੀ ਐਂਟਰੀ ਤੇ ਵੀ ਮਨਾਹੀ ਕਰ ਦਿੱਤੀ ਗਈ। ਪਰ ਕੁਝ ਪੱਤਰਕਾਰ ਜ਼ਰੂਰ ਅੰਦਰ ਪਹੁੰਚੇ ਸਨ। ਜਦੋਂ ਸੰਤ ਭਿੰਡਰਾਂਵਾਲੇ ਇੱਕ ਸਪੀਚ ਵੀ ਦਿੰਦੇ ਨੇ ਕਿ ਉਹਨਾਂ ਨੂੰ ਇੱਕ ਸਵਾਲ ਕੀਤਾ ਜਾਂਦਾ ਹੈ ਕਿ ਜੇਕਰ ਹਮਲਾ ਹੁੰਦਾ ਹੈ ਤਾਂ ਕੀ ਹੋਵੇਗਾ, ਤਾਂ ਸੰਤ ਜੀ ਨੇ ਬੜਾ ਖੂਬਸੂਰਤ ਜਵਾਬ ਦਿੱਤਾ ਸੀ। ਉਹ ਤੁਹਾਡੇ ਜ਼ੁਬਾਨੀ ਜ਼ਰੂਰ ਸੁਣਨਾ ਚਾਹਾਂਗੇ। ਹਾਂ, ਉਹ ਅਸਲ 2 ਜੂਨ ਨੂੰ ਜਿਹੜੇ ਉਹ ਸੰਤਾਂ ਦੀ ਅਖੀਰਲੀ ਇੰਟਰਵਿਊ ਆਉਂਦੀ ਆ ਤੇ ਉਹ ਸੰਤਾਂ ਨੇ ਇਹੋ ਹੀ ਉਹਨਾਂ ਨੇ ਕਿਹਾ ਸੀ ਵੀ ਜੇ ਹਮਲਾ ਹੁੰਦਾ ਤਾਂ ਕੀ ਹੋਊਗਾ। ਤਾਂ ਉਹਨਾਂ ਨੇ ਇਹੀ ਕਿਹਾ ਸੀ ਵੀ ਜੇ ਹਮਲਾ ਹੋਇਆ ਵੀ ਕੋਈ ਬੰਦਾ ਮੈਨੂੰ ਇਹ ਕਵੇ ਵੀ 10-20 ਬੰਦੇ ਮੈਂ ਫੌਜ ਦੇ ਭੇਜ ਕੇ ਤੇ ਇੱਥੇ ਮੈਂ ਜਰਨੈਲ ਸਿੰਘ ਨੂੰ ਫੜ ਲੂੰਗਾ, ਇਹ ਨਹੀਂ ਹੋ ਸਕਦਾ। ਵੀ ਜੇ ਇੱਥੋਂ ਲੱਖਾਂ ਦੀ ਗਿਣਤੀ 'ਚ ਵੀ ਆਉਣਗੇ ਨਾ ਤੇ ਉਹ ਸਾਰੇ ਮੈਂ ਟਰੱਕਾਂ 'ਚ ਭਰ ਕੇ ਲਾਸ਼ਾਂ ਬਣਾ ਕੇ ਤੋੜ ਦਿਆਂਗੇ ਤੇ ਕੋਈ ਫਿਕਰ ਨਾ ਕਰਨ। ਤੇ ਅਖੀਰ ਸੰਤ ਜਰਨੈਲ ਸਿੰਘ ਉਹਨਾਂ ਦੀ ਬੜੀਆਂ ਭਾਵਪੂਰਵਕ ਗੱਲਾਂ ਸੀਗੀਆਂ। ਉਹ ਬਚਨ ਬੜੇ ਕਮਾਲ ਦੇ ਬਚਨ ਸੀ ਉਹਨਾਂ ਦੇ ਜਿਹੜੇ ਅਖੀਰ 'ਚ ਉਹਨੇ ਕੀਤੇ ਆ। ਉਹਨਾਂ ਨੇ ਅਸਲ 'ਚ ਉਹਨਾਂ ਨੇ ਇਹ ਮੰਨ ਲਿਆ ਸੀ ਵੀ ਅਸੀਂ ਇਸ ਸਥਾਨ ਨੂੰ ਛੱਡ ਕੇ ਨਹੀਂ ਜਾਣਾ, ਇੱਥੇ ਅਸੀਂ ਆਪਣੀਆਂ ਸ਼ਹੀਦੀਆਂ ਦੇਣੀਆਂ। ਕਿਉਂਕਿ ਇੱਕ ਬੜਾ ਪ੍ਰਸਿੱਧ ਕਿਸੇ ਵਿਦਵਾਨ ਦਾ ਰਾਈਟਰ ਦਾ ਕਥਨ ਹੈ ਵੀ ਜੇ ਇਤਿਹਾਸ ਦੁਹਰਾਇਆ ਨਾ ਜਾਵੇ ਨਾ ਤੇ ਪਿਛਲਾ ਇਤਿਹਾਸ ਝੂਠਾ ਲੱਗਣ ਲੱਗ ਪੈਂਦਾ ਹੈ। ਅਸਲ ਸੰਤ ਜਰਨੈਲ ਸਿੰਘ ਹੋਣਾ ਨੇ ਸਾਡਾ ਚਮਕੌਰ ਦੀ ਗੜੀ ਦਾ, ਸਾਡਾ ਸਾਰਾ ਗੜੀ ਦਾ, ਜਿਹੜੇ ਪੁਰਾਣੇ ਜਿਹੜੇ ਸਾਡੇ ਸਿੰਘਾਂ ਦੇ ਇਤਿਹਾਸ ਸੀ, ਘੱਲੂਘਾਰੇ, ਵੱਡਾ ਘੱਲੂਘਾਰਾ, ਕੁਪਰਹੀੜੇ ਦਾ ਤੇ ਜਾਂ ਕਾਹਨੂੰਆਣ ਛੰਭ ਦੇ ਕੁੰਭ ਜਿਹੜੇ ਘੱਲੂਘਾਰੇ ਸੀ, ਉਹਨਾਂ ਨੂੰ ਦੁਹਰਾ ਕੇ ਰੱਖਤਾ ਵੀ ਜਿਹੜੀ ਕੌਮ ਨੂੰ ਪਤਾ ਲੱਗ ਗਿਆ ਜਾਂ ਸਾਡੇ ਇਤਿਹਾਸਕਾਰਾਂ ਨੂੰ ਪਤਾ ਲੱਗ ਗਿਆ ਵੀ ਸਿੱਖ ਏਡੀ ਇੱਕ ਮਾਰਸ਼ਲ ਕੌਮ ਹੈ। ਇਹ ਇਸ ਤਰ੍ਹਾਂ 200 ਸਿੰਘਾਂ ਨਾਲ ਲੱਖਾਂ ਦੀ ਗਿਣਤੀ ਦੀ ਫੌਜ ਦਾ ਮੁਕਾਬਲਾ ਵੀ ਕਰ ਸਕਦੇ ਆ ਔਰ ਭਾਰਤ ਦੀ ਜਿਹੜੀ ਏਡੀ ਵੱਡੀ ਜਿਹੜੀ ਫੌਜ ਸੀ ਉਹਨੂੰ ਰੋਕ ਸਕਦੇ ਆ। ਇਸ ਕਰਕੇ ਇਹ ਬੜੇ ਵੱਡੇ ਇਸ਼ੂ ਸੀ ਇਹਦੇ 'ਚ। ਇੰਦਰਾ ਗਾਂਧੀ ਨੂੰ ਵੀ ਪਤਾ ਸੀ ਇਸ ਗੱਲ ਦਾ। ਉਹਨੇ ਵੀ ਮਤਲਬ ਜੇ ਤੁਸੀਂ ਦੇਖੋ ਵੀ ਦੂਜਾ ਰੂਸ ਨਾਲ ਵੀ ਗੱਲ ਚੱਲ ਰਹੀ ਸੀ ਉਹਦੀ, ਇੰਗਲੈਂਡ ਨਾਲ ਵੀ ਹੁਣ ਪਤਾ ਲੱਗ ਰਿਹਾ ਵੀ ਇੰਗਲੈਂਡ ਨਾਲ ਵੀ ਗੱਲ ਚੱਲ ਰਹੀ ਸੀ, ਕਿਉਂਕਿ ਇੰਦਰਾ ਗਾਂਧੀ ਨੂੰ ਖਤਰਾ ਸੀ ਇਸ ਗੱਲ ਦਾ
ਵੀ ਜੇ ਮੈਂ ਹਮਲਾ ਕਰਦੀ ਹਾਂ ਤੇ ਉਹ ਬੰਗਲਾਦੇਸ਼ ਦਾ ਬਦਲਾ ਲੈਣ ਲਈ ਪਾਕਿਸਤਾਨ ਵੀ ਹਮਲਾ ਕਰ ਸਕਦਾ ਹੈ। ਇਸ ਕਰਕੇ ਉਹਨੇ ਪਾਕਿਸਤਾਨ ਤੇ ਦਬਾਅ ਬਣਾਉਣ ਵਾਸਤੇ ਉਹ ਜਿਹੜਾ ਸੀ ਉਹ ਇੰਗਲੈਂਡ ਤੋਂ ਰੂਸ ਤੋਂ ਮਦਦ ਲਈ, ਬਾਕੀ ਉਹਨਾਂ ਦੇ ਜਿਹੜੇ ਸੀ ਖੁਫੀਆ ਵਿਭਾਗ ਤੋਂ ਵੀ ਸੰਤ ਜਰਨੈਲ ਸਿੰਘ ਉਹਨਾਂ ਦੀ ਅੰਦਰ ਮੰਦਰ ਸਾਹਿਬ ਦੇ ਅੰਦਰ ਦੀ ਉਹ ਉਹਨਾਂ ਦੇ ਜਿਹੜੇ ਸੀ ਮਹਿਕਮੇ ਉਹਨਾਂ ਤੋਂ ਸਾਰੀ ਸਹਾਇਤਾ ਲਈ। ਇਸ ਕਰਕੇ ਇਹ ਪਤਾ ਇੰਦਰਾ ਗਾਂਧੀ ਨੂੰ ਵੀ ਸੀ ਵੀ ਸਿੱਖ ਬੜੇ ਬਹਾਦਰ ਹੈ ਤੇ ਸੰਤ ਜਰਨੈਲ ਸਿੰਘ ਨੇ ਉਹ ਦੱਸਤਾ ਕੌਮ ਦੁਨੀਆ ਨੂੰ ਦੇਸ਼ ਨੂੰ ਵੀ ਸਿੱਖ ਕਿੱਡੀ ਬਹਾਦਰੀ ਨਾਲ ਲੜ ਸਕਦੇ ਆ। ਗਿਆਨੀ ਜੀ ਇੱਕ ਸਵਾਲ ਬੜਾ ਮਨ ਦੇ ਵਿੱਚ ਆਉਂਦਾ, ਅਕਸਰ ਸਭ ਦੇ ਮਨ ਵਿੱਚ ਹੀ ਹੈ, ਕਿਉਂਕਿ ਸੰਤ ਜੀ ਨੂੰ ਦੋ ਰੂਪਾਂ ਦੇ ਵਿੱਚ ਦੇਖਿਆ ਜਾਂਦਾ ਹੈ। ਅੱਧੇ ਲੋਕ ਉਹਨਾਂ ਨੂੰ ਸੰਤ ਦੇ ਰੂਪ 'ਚ ਦੇਖਦੇ ਨੇ ਤੇ ਕੁਝ ਉਹਨਾਂ ਨੂੰ ਦੂਸਰੇ ਰੂਪ ਯਾਨੀ ਕਿ ਵਿਲਨ ਦੇ ਰੂਪ 'ਚ ਵੀ ਦੇਖਦੇ ਨੇ ਕਿ ਉਹਨਾਂ ਦੇ ਕਰਕੇ ਸਭ ਕੁਝ ਹੋਇਆ ਹੈ। ਸੋ ਆਖਿਰ ਤੇ ਸਵਾਲ ਜ਼ਰੂਰ ਪੁੱਛਣਾ ਚਾਹਾਂਗੀ ਕਿ ਜਰਨੈਲ ਸਿੰਘ ਹੁਣੀ ਸ਼ਖਸੀਅਤ ਕੀ ਸੀ? ਸੰਤ ਜਰਨੈਲ ਸਿੰਘ ਹੁਣੀ ਅਸਲ 'ਚ ਇੱਕ ਸਮਰਪਿਤ ਜਿਹੜੇ ਗੁਰੂ ਨੂੰ ਸਮਰਪਿਤ ਸਿੱਖ ਸੀ ਤੇ ਉਹਨਾਂ ਦਾ ਨਾਮ ਬਾਣੀ ਦਾ ਬੜਾ ਤਕੜਾ ਅਭਿਆਸ ਸੀ, ਕਿਉਂਕਿ ਹਮੇਸ਼ਾ ਹੀ ਇਹ ਗੱਲ ਦਾ ਧਿਆਨ ਰੱਖੋ, ਭਗਤੀ ਵਿੱਚੋਂ ਹੀ ਸ਼ਕਤੀ ਮਿਲਦੀ ਹੈ। ਜਿਸ ਬੰਦੇ ਕੋਲੇ ਭਗਤੀ ਨਹੀਂ ਉਹ ਬੰਦੇ ਨੂੰ ਕਦੇ ਵੀ ਸ਼ਕਤੀ ਪ੍ਰਾਪਤ ਨਹੀਂ ਹੁੰਦੀ। ਸੰਤ ਜਰਨੈਲ ਸਿੰਘ ਨੇ ਬਚਪਨ ਤੋਂ ਹੀ ਉਹ ਬੜੇ ਹਠੀ ਸੀ। ਬਚਪਨ ਤੋਂ ਹੀ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣਦਾ ਰਿਹਾ ਕਿ ਉਹ ਜਿਹੜਾ ਹੱਠ ਕਰ ਲੈਂਦੇ ਸੀ ਨਾ ਉਹ ਹੱਠ ਤੋਂ ਫਿਰ ਪਿੱਛੇ ਨਹੀਂ ਹਟਦੇ ਸੀ, ਭਾਵੇਂ ਨਿਤਨੇਮ ਦਾ ਹੋਵੇ, ਭਾਵੇਂ ਅੰਨ ਪਾਣੀ ਛੱਡਣ ਦਾ ਹੋਵੇ। ਕਈ ਦਿਨ ਉਹ ਮਤਲਬ ਬਿਨਾਂ ਅੰਨ ਪਾਣੀ ਛਕਣ ਤੋਂ ਵੀ ਰਹਿ ਲੈਂਦੇ ਸੀ ਤੇ ਇਸ ਕਰਕੇ ਉਹਨਾਂ ਦਾ ਅਭਿਆਸ ਇੱਕ ਸੱਚੇ ਸੁੱਚੇ ਬਹੁਤ ਸੀ। ਇਹ ਹਕੀਕਤ ਸੀ, ਜਿਹੜੀ ਗੱਲ ਉਹਨੇ ਕਹਿਤੀ ਉਹ ਫਿਰ ਭਾਵੇਂ ਉਸ ਗੱਲ ਤੋਂ ਉਹ ਮਰ ਜਾਣਗੇ ਲੇਕਿਨ ਉਹ ਗੱਲ ਤੋਂ ਪਿੱਛੇ ਨਹੀਂ ਹਟਦੇ ਸੀ। ਸਿਮਰਨ ਬਹੁਤ ਸੀ, ਸਚਾਈ ਬਹੁਤ ਸੀ, ਭਗਤੀ ਬਹੁਤ ਸੀ ਔਰ ਉਹਨਾਂ ਦੇ ਵਿੱਚ ਜਿਹੜੀ ਸੀ ਵੱਡੀ ਗੱਲ ਸੀ ਵੀ ਉਹ ਰਹਿਮ ਦਿਲ ਵੀ ਬਹੁਤ ਸੀ। ਕੋਈ ਦੁਖੀ ਉਹਨਾਂ ਕੋਲੇ ਜਾ ਕੇ ਰੋ ਪਏ ਨਾ ਤੇ ਫਿਰ ਉਹ ਇਹ ਨਹੀਂ ਸੀ ਵੇਖਦੇ ਵੀ ਇਹ ਤੂੰ ਕੌਣ ਆ ਤੇ ਕਿਵੇਂ ਆ ਤੇ ਕਿੱਥੋਂ ਆ। ਭਾਵੇਂ ਉਹ ਹਿੰਦੂ ਸੀ, ਭਾਵੇਂ ਉਹ ਮੁਸਲਮਾਨ ਸੀ, ਭਾਵੇਂ ਉਹ ਕੋਈ ਉਹਨਾਂ ਨੂੰ ਜਾਣਦਾ ਸੀ, ਭਾਵੇਂ ਕੋਈ ਉਹਨਾਂ ਨੂੰ ਨਹੀਂ ਜਾਣਦਾ ਸੀ, ਜਿਹਨੇ ਜਾ ਕੇ ਉਹਨਾਂ ਨੂੰ ਰੋ ਕੇ ਆਪਣੀ ਗੱਲ ਕਹੀ ਆ ਜਾਂ ਆਪਣੀ ਦਰਦ ਭਰੀ ਕੋਈ ਗੱਲ ਕਹੀ ਤਾਂ ਸੰਤ ਜਰਨੈਲ ਸਿੰਘ ਕੋਮਲ ਵੀ ਇੰਨੇ ਸੀ ਵੀ ਉਸੇ ਮੌਕੇ ਉਹਦੀ ਹੈਲਪ 'ਚ ਇੱਕ ਸੁਣਿਆ ਵੀ ਉਹਨਾਂ ਦੇ ਹਿੰਦੂ ਲਟਕੀ ਨੇ ਉਹਨੇ ਕਿਹਾ ਵੀ ਮੇਰੇ ਸਹੁਰੇ ਦਾਜ ਮੰਗਦੇ ਜੀ, ਮੈਨੂੰ ਬੜਾ ਤੰਗ ਕਰਦੇ ਆ। ਉਸੇ ਮੌਕੇ ਸਿੰਘਾਂ ਨੂੰ ਕਿਹਾ ਵੀ ਇਹਦੇ ਕੱਲ੍ਹ ਨੂੰ ਇਹਦੇ ਸਹੁਰਿਆਂ ਨੂੰ ਲੈ ਕੇ ਆਓ ਤੇ ਸਹੁਰਿਆਂ ਨੂੰ ਲਿਆਂਦਾ। ਉਹਦੇ ਸਹੁਰੇ ਉਹਨੂੰ ਕਹਿੰਦੇ ਵੀ ਇਹ ਮੇਰੀ ਧੀ ਆ, ਦਾਜ ਕਿੰਨਾ ਚਾਹੀਦਾ ਔਰ ਇੱਥੋਂ ਕਹਿੰਦੇ 10,000 ਰੁਪਏ ਕੱਢ ਕੇ ਉਹਨੇ ਆਪਣੀ ਜੇਬ 'ਚੋਂ ਕਹਿੰਦੇ ਵੀ ਆਹ ਪਹਿਲੀ ਕਿਸ਼ਤ ਦਾਜ ਦੀ ਲੈ ਲਓ, ਬਾਕੀ ਜਿਵੇਂ ਤਿਵੇਂ ਮੈਂ ਤੁਹਾਨੂੰ ਦੇ ਦੂੰਗਾ, ਜੋ ਕੁ ਚਾਹੀਦਾ ਮੈਨੂੰ ਦੱਸ ਦਿਓ। ਪਰ ਉਹ ਫਿਰ ਪਰਿਵਾਰ ਜਿਹੜਾ ਜਦੋਂ ਇੰਨੀ ਗੱਲ ਹੋਈ ਫਿਰ ਉਹ ਰੋਣ ਲੱਗ ਪਿਆ, ਨਹੀਂ ਜੀ ਸਾਡੀ ਕਹਿੰਦੇ ਫਿਰ ਜੇ ਵੀ ਸਾਨੂੰ ਕੋਈ ਦਾਜ ਨਹੀਂ ਚਾਹੀਦਾ, ਜਿਸ ਤੋਂ ਮੰਗਿਆ ਨਹੀਂ ਜੀ ਐਵੇਂ ਗੱਲ। ਫਿਰ ਉਹ ਕਹਿੰਦੇ ਮੇਰੀ ਧੀ ਆ, ਅੱਜ ਤੋਂ ਬਾਅਦ ਇਹਨੂੰ ਫਿਰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਉਹਨੇ ਕਿਹਾ ਜੀ ਨਹੀਂ ਆਊਗੀ। ਮਤਲਬ ਰਹਿਮ ਦਿਲ ਵੀ ਇੰਨੇ ਸੀ, ਇਸ ਕਰਕੇ ਉਹ ਇੱਕ ਸੰਤ ਰੂਪ ਸੀ, ਇੱਕ ਮਹਾਨ ਸੱਚੇ ਸੁੱਚੇ ਗੁਰਸਿੱਖ ਸੀ ਔਰ ਸਮਰਪਿਤ ਸੀ। ਕੌਮ ਦਾ ਉਹਨਾਂ ਦੇ ਅੰਦਰ ਬੜਾ ਵੱਡਾ ਇੱਕ ਦਰਦ ਸਮਾਇਆ ਹੋਇਆ ਸੀ। ਹਾਂਜੀ, ਗੱਲ ਕਰਦੇ ਹਾਂ ਕਿ ਜੇਕਰ ਦਰਬਾਰ ਸਾਹਿਬ ਤੇ ਹਮਲਾ ਹੋਣਾ ਜ਼ਰੂਰੀ ਸੀ, ਕੋਈ ਹੋਰ ਆਪਸ਼ਨ ਨਹੀਂ ਹੈਗੀ ਸੀ? ਮੈਂ ਤਾਂ ਉਹ ਪਹਿਲਾਂ ਕਿਹਾ ਨਾ ਵੀ ਹਜ਼ਰਤ ਬਲ ਦਾ ਤੇ ਉਹਦਾ ਉਦਾਹਰਨ ਦਿੱਤਾ ਅਕਸ਼ਰਧਾਮ ਦਾ, ਵੀ ਉਹਨਾਂ ਤੇ ਹਮਲਾ ਨਹੀਂ ਹੋਇਆ, ਉੱਥੇ ਅੱਤਵਾਦੀ ਸੀਗੇ ਤੇ ਇੱਥੇ ਕਿਉਂ? ਇਹ ਅਸਲ ਸੋਚੀ ਸਮਝੀ ਸਾਜ਼ਿਸ਼ ਸੀ। ਉਹਨੂੰ ਅਸੀਂ ਹਮਲੇ ਨੂੰ ਰੋਕਿਆ ਜਾ ਸਕਦਾ ਸੀ। ਹਮਲੇ ਦੇ ਕਈ ਉਹਦੇ ਦਾਣਾ ਪਾਣੀ ਰੋਟੀ ਪਾਣੀ ਬੰਦ ਕਰਕੇ ਐਕਸ਼ਨ ਕੀਤਾ ਜਾ ਸਕਦਾ ਸੀ। ਸੰਤਾਂ ਨੂੰ ਕੋਈ ਬੰਦੇ ਪਾ ਕੇ ਗੱਲ ਕੀਤੀ ਜਾ ਸਕਦੀ ਸੀ, ਕੋਈ ਉਹਨਾਂ ਨੂੰ ਫਿਰ ਕੋਈ ਅਨਾਉਂਸਮੈਂਟ ਹੀ ਕੀਤੀ ਜਾ ਸਕਦੀ ਸੀ ਵੀ ਤੁਸੀਂ ਹੱਥ ਖੜੇ ਕਰਕੇ ਬਾਹਰ ਆ ਜਾਓ। ਕੋਈ ਕੁਛ ਨਹੀਂ ਕੀਤਾ, ਸਿੱਧਾ ਹਮਲਾ ਕੀਤਾ। ਗਿਆਨੀ ਜੀ ਇੱਕ ਸਵਾਲ ਹੋਰ ਹੈ ਕਿ ਜਦੋਂ ਵੀ ਅਕਸਰ ਅਸੀਂ ਕਿਤਾਬਾਂ ਪੜ੍ਹਦੇ ਹਾਂ ਜਾਂ ਜਦੋਂ ਵੀ ਅਸੀਂ ਕਿਤਾਬ ਫਰੋਲਦੇ ਹਾਂ, ਹਿਸਟਰੀ ਫਰੋਲਦੇ ਹਾਂ ਕਿ ਜੂਨ 1984 ਦੇ ਬਾਰੇ, ਉਸ ਵਕਤ ਦੇ ਬਾਰੇ ਪੜ੍ਹਿਆ ਜਾਵੇ ਤਾਂ ਅਸੀਂ ਜਿੰਨੀਆਂ ਕਿਤਾਬਾਂ ਪੜ੍ਹਦੇ ਹਾਂ ਵੱਖ-ਵੱਖ ਜਿਹੜੇ ਇਤਿਹਾਸ ਦੇ ਤੱਥ ਸਾਡੇ ਸਾਹਮਣੇ ਆਉਂਦੇ ਨੇ, ਅਲੱਗ-ਅਲੱਗ ਬੰਦਿਆਂ ਦੇ ਨਾਮ ਨਜ਼ਰ ਆਉਂਦੇ ਨੇ। ਤੋੜ ਮਰੋੜ ਕੇ ਜੇ ਕਿਹਾ ਜਾਵੇ ਤਾਂ ਸਾਡਾ ਇੱਥੇ ਵੀ ਜਿਹੜਾ ਇਤਿਹਾਸ ਹੈ ਉਹ ਪੇਸ਼ ਕੀਤਾ ਗਿਆ ਹੈ। ਸੋ ਕੀ ਹੋਣਾ ਚਾਹੀਦਾ ਹੈ ਕਿ ਜਦੋਂ ਵੀ ਸਾਡਾ ਜਿਹੜਾ ਇਹ ਇਤਿਹਾਸ ਹੈ ਜੋ ਸਾਡੇ ਆਉਣ ਵਾਲੀ ਪੀੜ੍ਹੀ ਤੱਕ ਪਹੁੰਚੇ, ਇੱਕ ਸੱਚ ਪਹੁੰਚੇ ਕਿ ਆਖਰ ਉਸ ਟਾਈਮ ਤੇ ਕਿਵੇਂ ਸਭ ਕੁਝ ਹੋਇਆ ਸੀ। ਕੋਈ ਇਹਦੀ ਪੂਰਨ ਤੌਰ ਤੇ ਕੋਈ ਕਿਤਾਬ ਹੋਣੀ ਚਾਹੀਦੀ ਹੈ ਜੋ ਬਿਲਕੁਲ ਸਹੀ ਤੱਥਾਂ ਦੇ ਆਧਾਰ ਤੇ ਹੋਵੇ। ਹਾਂ ਚਲੋ ਅਸੀਂ ਅੱਜ ਮੰਨ ਲੈਂਦੇ ਹਾਂ ਵੀ ਜਦੋਂ ਵੱਡਾ ਘੱਲੂਘਾਰਾ ਹੋਇਆ, ਛੋਟਾ ਘੱਲੂਘਾਰਾ ਹੋਇਆ ਜਾਂ ਸਿੱਖਾਂ ਤੇ ਜ਼ੁਲਮ ਹੋਏ, ਉਦੋਂ ਸਿੱਖ ਜੰਗਲਾਂ ਬੇਲਿਆਂ 'ਚ ਰਹਿੰਦੇ ਸੀ, ਸਿੱਖਾਂ ਕੋਲੇ ਸੋਰਸ ਨਹੀਂ ਸੀ। ਸਿੱਖਾਂ ਦੇ ਇਤਿਹਾਸ ਲੋਕਾਂ ਨੇ ਲਿਖੇ ਤਾਂ ਉਹਦੇ 'ਚ ਬੜਾ ਕਈ ਪੱਖ ਉਹਦੇ 'ਚ ਆਏ। ਅੱਜ ਸਾਡੇ ਕੋਲੇ ਸੋਰਸ ਹੈ ਤੇ ਮੈਂ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਸੀ ਤੇ ਸ਼ਾਇਦ ਉਹ ਕੁਛ ਨਾ ਕੁਛ ਤੇ ਡਿਸੀਜਨ ਲੈਣ। ਤੇ ਮੇਰੀ ਬੇਨਤੀ ਆ ਵੀ ਇਹਦੇ ਤੇ ਸਾਨੂੰ ਸ਼੍ਰੋਮਣੀ ਕਮੇਟੀ ਨੂੰ, ਸਿੱਖ ਕੌਮ ਨੂੰ
ਸਮੂਹਕ ਤੌਰ ਤੇ ਇਹ ਤੇ ਇੱਕ ਪੈਨਲ ਬਣਾ ਲੈਣਾ ਚਾਹੀਦਾ। ਉਹਦੇ 'ਚ ਸੁਪਰੀਮ ਕੋਰਟ ਦੇ, ਹਾਈ ਕੋਰਟ ਦੇ ਸਿੱਖ ਭਾਵਨਾ ਵਾਲੇ ਕਿਸੇ ਜੱਜ ਨੂੰ, ਫਿਰ ਕਿਸੇ ਫੌਜ ਦੇ ਕਿਸੇ ਵੱਡੇ ਅਫਸਰ ਨੂੰ, ਕਿਸੇ ਤੇ ਫਿਰ ਜੇ ਪ੍ਰਸ਼ਾਸਨਿਕ ਤੌਰ ਤੇ ਕੋਈ ਜਿਹੜਾ ਅਧਿਕਾਰੀ ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ ਉਹਨੂੰ, ਸਿੱਖ ਬੁੱਧੀਜੀਵੀਆਂ ਨੂੰ, ਇਹਨਾਂ ਨੂੰ ਲੈ ਕੇ ਸਮਝਦਾਰ ਬੰਦਿਆਂ ਨੂੰ ਇੱਕ ਪੈਨਲ ਬਣਾ ਕੇ ਨਾ, ਤੇ ਫਿਰ ਉਹ ਓਪਨਲੀ ਸਰਕਾਰ ਦੇ ਕੀ ਹੁਕਮ ਸੀ ਉਹਨਾਂ ਦਸਤਾਵੇਜ਼ਾਂ ਦੀ ਉਹ ਘੋਖ ਕਰਨ। ਫਿਰ ਹੁਣ ਇਸ ਤੇ ਬੜੀਆਂ ਸੋਹਣੀਆਂ ਕਿਤਾਬਾਂ, ਜਿਵੇਂ BS ਧਨੋਆ ਜਿਹੜੇ ਹੁਣ 에ਅਰ ਮਾਰਸ਼ਲ ਆ, ਉਹਨਾਂ ਦੇ ਬਾਪ SS ਧਨੋਆ ਉਹ ਜਿਹੜੇ ਪੰਜਾਬ ਦੇ ਮੁੱਖ ਸਕੱਤਰ ਵੀ ਰਹੇ ਮੁੜ ਕੇ, ਉਹਨਾਂ ਨੇ ਵੀ ਹੁਣ ਇੱਕ ਕਿਤਾਬ ਲਿਖਤੀ ਆ। ਪੁੰਨੀਆਂ ਵੱਲੋਂ ਵੀ ਇੱਕ ਜਿਹੜੇ ਉਸ ਮੌਕੇ ਦੇ ਸਕੱਤਰ ਸੀ, ਮੁੱਖ ਸਕੱਤਰ ਸੀ, ਉਹਨਾਂ ਵੱਲੋਂ ਵੀ ਕੁਝ ਲਿਖਿਆ ਗਿਆ ਹੈ। ਬਹੁਤ ਸਾਰੀਆਂ ਕਿਤਾਬਾਂ ਬਲੂ ਸਟਾਰ ਤੇ ਲਿਖੀਆਂ ਗਈਆਂ। ਉਹਨਾਂ ਸਾਰੀਆਂ ਕਿਤਾਬਾਂ ਨੂੰ ਘੋਖਣ, ਕਿਉਂਕਿ ਇੱਕ ਤਾਂ ਸਾਡੀ ਕੌਮ ਦੀ ਬੜੀ ਵੱਡੀ ਤਰਾਸਦੀ ਆ ਵੀ ਅਸੀਂ WhatsApp ਤੇ ਕੋਈ ਗੱਲ ਸੁਣ ਲਈ, ਅਸੀਂ ਗਾਂਹ ਤੋਂ ਤਲਾ ਦੇਣੀ, ਪਤਾ ਕੁਛ ਵੀ ਨਹੀਂ ਹੁੰਦਾ। ਤੇ ਉਹ ਜਿਹੜੀਆਂ ਕਿਤਾਬਾਂ ਇੰਗਲਿਸ਼ 'ਚ ਆ ਉਹ ਕਿਤਾਬਾਂ ਪੜ੍ਹਨ, ਫਿਰ ਸਰਕਾਰੀ ਜਿਹੜੇ ਹੁਣ ਤਾਂ RTI ਮਿਲਦੀ ਆ, ਹੁਣ ਕੋਈ ਤੁਸੀਂ ਪਾਓ ਤੇ ਤੁਹਾਨੂੰ ਉਹਦਾ ਮਿਲ ਜਾਣਾ ਹਰ ਚੀਜ਼ ਦਾ, ਉਹ ਪਾ ਕੇ ਸਾਰੇ ਸਰਕਾਰ ਦੇ ਕਿਹਨੇ ਦਸਤਖਤ ਕੀਤੇ, ਕਿਹਦੇ ਹੁਕਮ ਹੋਏ, ਕਿਹੜੇ ਕਿਹੜੇ ਬੰਦੇ ਉੱਥੇ ਇਨਵੋਲਵ ਸੀ, ਕਿਹੜੇ ਕਿਹੜੇ ਬੰਦਿਆਂ ਦੀ ਕੀ ਕੀ ਭੂਮਿਕਾ ਸੀ। ਫਿਰ ਜਿਹੜੇ ਸਿੱਖ ਲੋਕ ਆ, ਜਿਹੜੇ ਸਿੱਖ ਬੁੱਧੀਜੀਵੀ ਜਾਂ ਸਿੱਖ ਇਤਿਹਾਸਕਾਰ ਆ ਜਿਹਨੇ ਉਹਨਾਂ ਨੇ ਕਿਤਾਬਾਂ ਲਿਖੀਆਂ, ਉਹਨਾਂ ਨੂੰ ਵੀ ਉਹ ਮਿਲਣ, ਉਹਨਾਂ ਨੂੰ ਪੁੱਛਣ ਦਸਤਾਵੇਜ਼, ਉਹਨਾਂ ਨੂੰ ਕਹਿਣ ਵੀ ਕੋਈ ਡਾਕੂਮੈਂਟ ਦਿਓ, ਉਹ ਡਾਕੂਮੈਂਟ ਲੈਣ, ਤੇ ਫਿਰ ਉਹਦੇ ਤੇ ਇੱਕ ਜਿਹੜਾ ਨਾ ਦਸਤਾਵੇਜ਼ ਸਾਨੂੰ ਕੌਮ ਨੂੰ ਜ਼ਰੂਰ ਬਣਾ ਲੈਣਾ ਚਾਹੀਦਾ, ਜਾਂ ਜਿਹੜਾ ਕਿ ਆਉਣ ਵਾਲੇ ਸਮੇਂ 'ਚ, ਕਿਉਂਕਿ ਅੱਜ ਬੜਾ ਸੌਖਾ ਹੈ, ਕਿਉਂਕਿ ਉਹ ਬੰਦੇ ਜਿਹੜੇ ਉਸ ਮੌਕੇ ਸਰਕਾਰੀ ਅਹੁਦਿਆਂ 'ਤੇ ਸੀ, ਜਿਹੜੇ ਬੰਦੇ ਉਸ ਮੌਕੇ ਰਾਜਨੀਤਿਕ ਸੀ, ਜਿਹੜੇ ਉਸ ਮੌਕੇ ਬੰਦੇ ਸਰਕਾਰ ਨਾਲ ਸੰਬੰਧ ਰੱਖਦੇ ਸੀ, ਉਹ ਬੰਦੇ ਅੱਜ ਜਿਉਂਦੇ ਆ। ਕਿਉਂਕਿ ਜੇ ਉਹ ਕੱਲ੍ਹ ਨੂੰ ਮਰ ਗਏ ਤਾਂ ਮਗਰੋਂ ਫਿਰ ਅਣਹੋਈਆਂ ਗੱਲਾਂ ਕੋਈ ਜਿਵੇਂ ਸੁਣੀ ਉਹ ਚੱਲ ਪੈਣਗੀਆਂ। ਅੱਜ ਉਹਨਾਂ ਬੰਦਿਆਂ ਤੋਂ ਅਸੀਂ ਸੱਚ ਜਿਹੜਾ ਉਹ ਸੁਣ ਕੇ ਇੱਕ ਦਸਤਾਵੇਜ਼ ਬਣਾ ਕੇ ਆਉਣ ਵਾਲੇ ਸਮੇਂ 'ਚ ਉਹ ਦਸਤਾਵੇਜ਼ ਉਹਦੇ 'ਚ ਨੱਥੀ ਕਰ ਦਿੱਤੇ ਜਾਣ, ਕਿਉਂਕਿ ਉਹ ਤੇ ਅੱਗੇ ਇਤਿਹਾਸਕ ਖੋਜਾਂ ਤਾਂ ਵੇਖੋ, ਇੱਕ ਮੈਂ ਤੁਹਾਨੂੰ ਬੇਨਤੀ ਕਰਾਂ ਵੀ ਜਿਹੜਾ ਕੋਈ ਵੀ ਸੱਚ ਹੈ ਨਾ, ਉਹਨੂੰ ਪ੍ਰਗਟ ਹੋਣ ਦੇ ਲਈ ਘੱਟੋ ਘੱਟ 100 ਸਾਲ ਲੱਗਦਾ ਹੈ। ਤਕਰੀਬਨ ਹੁਣ 35-36 ਸਾਲ ਹੋਇਆ, ਲੇਕਿਨ ਹੁਣ ਲੋਕ ਵਿਕਸਿਤ ਆ, ਲੋਕ ਜਿਹੜੇ ਆ ਉਹ ਮੀਡੀਆ ਦਾ ਯੁੱਗ ਆ, ਗੱਲਾਂ ਬਹੁਤ ਸਾਡੀਆਂ ਸਾਹਮਣੇ ਆ ਰਹੀਆਂ ਜਿਹੜੀਆਂ ਸਾਡੇ ਕੋਲ ਨਹੀਂ, ਮਤਲਬ ਆਮ ਜਨਤਾ ਕੋਲ ਨਹੀਂ ਪਹੁੰਚ ਰਹੀਆਂ, ਲੇਕਿਨ ਉਹ ਦਸਤਾਵੇਜ਼ ਬਣ ਰਹੇ ਆ। ਉਹ ਦਸਤਾਵੇਜ਼ਾਂ ਨੂੰ ਆਧਾਰ ਬਣਾ ਕੇ ਇੱਕ ਜ਼ਰੂਰ ਇਹ 'ਤੇ ਪੈਨਲ ਬਣਾ ਕੇ ਇੱਕ ਉਹ ਬਣ ਜਾਣਾ ਚਾਹੀਦਾ ਹੈ, ਹਿਸਟੋਰੀਕਲ ਦਸਤਾਵੇਜ਼ ਜਿਹੜਾ ਪਿਆ ਹੋਵੇ ਤੇ ਉਹ ਵੱਧ ਤੋਂ ਵੱਧ ਛਪਾ ਕੇ ਮੁੜ ਕੇ ਵੰਡਿਆ ਜਾਵੇ। ਹਰ ਬੱਚੇ ਨੂੰ ਪਤਾ ਲੱਗੇ ਵੀ ਮਨਸ਼ਾ ਕੀ ਸੀ, ਕਿਹੜੇ ਕਿਹੜੇ ਬੰਦੇ ਇਨਵੋਲਵ ਸੀ, ਕਿੱਥੋਂ ਕਿੱਥੋਂ ਇਹ ਪਲੈਨਿੰਗ ਚੱਲੀ, ਕੀ ਕੀ ਹੋਇਆ, ਉਹ ਸਾਰਾ ਇਹ ਜ਼ਰੂਰ ਬਣ ਜਾਣਾ ਚਾਹੀਦਾ। ਮੈਂ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਆ ਤੇ ਸਾਰੇ ਚਲੋ ਮਹਾਰਾਜ ਕਿਰਪਾ ਕਰੇ, ਹੋਣਾ ਚਾਹੀਦਾ ਹੈ ਜੀ। ਗਿਆਨੀ ਜੀ, ਇੱਕ ਸਵਾਲ ਜ਼ਰੂਰ ਹੋਰ ਪੁੱਛਾਂਗੇ ਕਿ ਜਦੋਂ ਹਮਲਾ ਹੋ ਜਾਂਦਾ ਹੈ, ਸਰਬਪੂਰਨ ਤੌਰ ਤੇ ਅਟੈਕ ਖਤਮ ਹੋ ਜਾਂਦਾ ਹੈ ਨਾ, ਉਸ ਤੋਂ ਬਾਅਦ ਫਿਰ ਵੀ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਅਗਲੇ ਦਿਨ। ਪਰ ਜੇਕਰ ਗੱਲ ਕੀਤੀ ਜਾਵੇ, ਬਹੁਤ ਸਾਰੀਆਂ ਲਾਛਾਂ ਹੁੰਦੀਆਂ ਨੇ। ਹਾਲਾਂਕਿ ਸਰਕਾਰੀ ਅੰਕੜਿਆਂ ਦੇ ਮੁਤਾਬਕ ਵੱਖ-ਵੱਖ ਜਿੱਥੇ ਅਸੀਂ ਜਿੰਨੀਆਂ ਕਿਤਾਬਾਂ ਪੜ੍ਹੀਆਂ ਨੇ, ਅਲੱਗ-ਅਲੱਗ ਅੰਕੜੇ ਦਿੱਤੇ ਹੋਏ ਆ। ਕੁਝ ਅੰਕੜਿਆਂ ਦੀ ਗੱਲ ਜੇਕਰ ਕਰੀਏ ਤਾਂ 5000 ਜਿਹੜੇ ਉੱਥੇ ਸਿੱਖ ਸ਼ਰਧਾਲੂ ਜਿਹੜੇ ਸ਼ਹੀਦ ਹੋਏ ਸੀ, 80-90 ਫੌਜੀ ਦੇ ਵਿੱਚੋਂ ਫੌਜੀ ਵੀ ਸ਼ਹੀਦ ਹੋਏ ਸਨ ਜਿਹੜੇ ਹਮਲਾ ਕਰਨ ਉੱਥੇ ਆਏ ਸਨ। ਤੇ ਉਹਨਾਂ ਲਾਸ਼ਾਂ ਨੂੰ ਕਦੋਂ ਬਾਹਰ ਕੱਢਿਆ ਗਿਆ, ਕਿੱਥੇ ਕਿੱਥੇ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ ਸੀ? ਨਹੀਂ, 80-90 ਤਾਂ ਨਹੀਂ, ਫੌਜ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਸੀ, ਤੇ ਉਹ ਤਾਂ ਤੁਸੀਂ ਮਤਲਬ ਬਹੁਤ ਵੱਡੀ ਪੱਧਰ ਤੇ ਫੌਜ ਤਾਂ ਮਰ ਗਈ ਸੀ। ਤੇ ਚਲੋ ਉਸ ਤਰ੍ਹਾਂ ਸਰਕਾਰ ਨੇ ਫਿਰ ਆਪਣੀ ਗੱਲ ਨਾਕਾਮੀਆਂ ਜਿਹੜੀਆਂ ਹੁੰਦੀਆਂ ਛੁਪਾਉਣੀਆਂ ਹੁੰਦੀਆਂ, ਤੇ ਉਹਨਾਂ ਦੇ ਜਿਹੜੇ ਬਹੁਤੇ ਸੰਸਕਾਰ ਸੀ ਜਿਹੜੇ ਉਹ ਤਾਂ ਉੱਥੇ ਜਿਹੜਾ ਬਾਬੇ ਸ਼ਹੀਦਗੰਜ ਆ ਬਾਬੇ ਦੀਪ ਸਿੰਘ ਜੀ ਦਾ, ਉਹਦੇ ਨਾਲ ਜਿਹੜਾ ਸ਼ਮਸ਼ਾਨ ਘਾਟ ਉੱਥੇ ਹੋਏ। ਕਈਆਂ ਦੇ ਜਿਹੜੇ ਸੀ ਉਹ ਡਾਕਟਰੀ ਜਿਹੜੇ ਉਹ ਵੀ ਹੋਏ, ਉਹਨਾਂ ਦੇ ਮੁਲਾਜ਼ੇ ਵੀ ਹੋਏ, ਤੇ ਮੇਨ ਜਿਹੜੇ ਬੰਦੇ ਸੀ ਉਹਨਾਂ ਦੇ ਮੁਲਾਜ਼ੇ ਵੀ ਹੋ ਕੇ ਤੇ ਉੱਥੇ ਸੰਸਕਾਰ ਹੋ ਗਏ ਸੀ ਉਹਨਾਂ ਦੇ। ਤੇ ਬਾਕੀ ਉਸ ਜਿਹੜੀ ਮੈਂ ਇੱਕ ਹੋਰ ਬੇਨਤੀ ਤੁਹਾਨੂੰ ਕਰਾਂ ਵੀ ਇੰਦਰਾ ਗਾਂਧੀ ਜਾਂ ਕਾਂਗਰਸ ਸਰਕਾਰ ਨੇ, ਭਾਰਤ ਦੀ ਸਮੇਂ ਦੀ ਸਰਕਾਰ ਨੇ ਹਮਲਾ ਕਰਨ ਤੋਂ ਪਹਿਲਾਂ ਇੱਕ ਹਰਿਮੰਦਰ ਸਾਹਿਬ 'ਚ ਇੱਕ ਜਿਹੜਾ ਮਾਹੌਲ ਸਿਰਜਿਆ ਸੀ, ਉਹ ਮਾਹੌਲ ਅੱਜ ਵੀ ਕੌਮ ਦਾ ਖਹਿੜਾ ਨਹੀਂ ਛੱਡ ਰਿਹਾ। ਉਹ ਮਾਹੌਲ ਸੀ ਬੇਭਰੋਸਗੀ ਦਾ। ਉਹਨਾਂ ਨੇ, ਕਿਉਂਕਿ ਨੀਤੀ ਅਨੁਸਾਰ ਇਹ 4 ਜਿਹੜੇ ਹਮਲੇ ਹੁੰਦੇ ਆ, ਸਾਮ, ਦਾਮ, ਭੇਦ, ਦੰਡ,
ਸਭ ਤੋਂ ਪਹਿਲਾਂ ਜਦੋਂ ਅਸੀਂ ਕਿਸੇ ਦੁਸ਼ਮਣ ਤੇ ਹਮਲਾ ਕਰਨਾ ਨਾ ਉਹ 'ਚ ਭੇਦ ਪਾਓ, ਫਰਕ ਪਾਓ। ਅਸਲ 'ਚ ਸਰਕਾਰ ਨੇ ਆਪਣੇ ਬੰਦਿਆਂ ਰਾਹੀਂ ਦੋਹੀਂ ਪਾਸਿਓਂ ਬੰਦੇ ਛੱਡੇ, ਉਹਨਾਂ ਬੰਦਿਆਂ ਨੇ ਅਫਵਾਹਾਂ ਫੈਲਾਈਆਂ। ਅਸਲ 'ਚ ਜਿਹੜੀ ਸੀ ਬੇਭਰੋਸਗੀ ਇੰਨੀ ਕੁ ਪੈਦਾ ਹੋ ਗਈ ਵੀ ਕੁਛ ਬੰਦੇ ਜਿਹੜੇ ਸੀ ਉਹ ਸੰਤ ਲੌਂਗੋਵਾਲ ਨੂੰ ਕਹਿਣ ਲੱਗ ਪਏ ਵੀ ਇਹ ਗਦਾਰ ਆ, ਇਹਦੇ ਨਾਲ ਜਿਹੜਾ ਅਕਾਲੀ ਦਲ ਸਾਰਾ ਸਮੁੱਚਾ ਹੀ ਅਕਾਲੀ ਦਲ ਵੀ ਇਹ ਕੇਂਦਰ ਸਰਕਾਰ ਨਾਲ ਮਿਲਿਆ ਹੋਇਆ ਹੈ। ਉਧਰਲੇ ਪਾਸੇ ਤੋਂ ਇਹ ਪ੍ਰਚਾਰ ਸ਼ੁਰੂ ਹੋ ਗਿਆ ਵੀ ਸੰਤ ਜਰਨੈਲ ਸੁਣੀ ਕਾਂਗਰਸ ਦੇ ਬੰਦੇ ਆ ਤੇ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਪੂਰਾ ਦਾ ਪੂਰਾ ਜਿਹੜਾ ਦਰਬਾਰ ਸਾਹਿਬ ਦਾ ਕੰਪਲੈਕਸ ਸੀ ਉਹਨੂੰ ਦੋ ਹਿੱਸਿਆਂ 'ਚ ਉਹਨਾਂ ਨੇ ਭੇਡ ਪਾਤਾ ਸੀ, ਵੜ ਦਿੱਤਾ ਸੀ। ਔਰ ਆਪਸ ਵਿੱਚ ਇੰਨੀ ਕੁ ਬੇਭਰੋਸਗੀ ਪੈਦਾ ਹੋ ਗਈ ਸੀ ਵੀ ਕੋਈ ਇੱਕ ਦੂਜੇ ਨੂੰ ਮਿਲ ਕੇ ਰਾਜੀ ਨਹੀਂ ਸੀ ਕਿ ਇਹ ਨਾ ਮੈਨੂੰ ਨਾ ਮਾਰ ਦੇ ਜਾਂ ਇਹ ਮੈਨੂੰ ਨਾ ਮਾਰ ਦੇ। ਇੱਥੋਂ ਤੱਕ ਜਿਹੜੀ ਬੇਭਰੋਸਗੀ ਸੀ ਨਾ, ਅਸਲ ਸਾਡਾ ਉਹਨੇ ਨੁਕਸਾਨ ਕੀਤਾ। ਔਰ 1984 ਤੋਂ ਬਾਅਦ ਵੀ ਜਿਹੜੇ ਸਿੱਖ ਕੌਮ ਦਾ ਦੁਖਾਂਤ ਹੈ, ਮੈਨੂੰ ਲੱਗਦਾ ਹੈ ਵੀ ਉਹਦਾ ਸਾਰੇ ਦਾ ਕਾਰਨ ਇਹੀ ਹੈ ਕਿ ਸਿੱਖਾਂ ਦੇ ਅੰਦਰ ਜਿਹੜੀ ਉਹ ਬੇਭਰੋਸਗੀ ਸੈਂਟਰ ਨੇ ਪਾਈ ਹੈ, ਉਹ ਬੇਭਰੋਸਗੀ ਅੱਜ ਤੱਕ ਵੀ ਨਹੀਂ ਨਿਕਲੀ। ਅੱਜ ਤੁਸੀਂ ਕਿਸੇ ਦੀ ਗੱਲ ਕਰਕੇ ਵੇਖੋ, ਇੱਕ ਸੰਸਥਾ 'ਚ ਤੁਸੀਂ ਬਹਿ ਜਾਓ, ਉਹ ਦੂਜੀ ਸੰਸਥਾ ਨੂੰ ਗਰਦਾਨ ਦਿੰਦਾ ਹੈ। ਤੁਸੀਂ ਕਿਸੇ ਬੰਦੇ ਕੋਲੇ ਬਹਿ ਕੇ ਗੱਲ ਕਰੋ ਫਲਾਣੇ ਬੰਦੇ ਦੀ, ਉਹਨੂੰ ਗਦਾਰ ਕਹਿ ਦਿੰਦਾ ਹੈ। ਤਕਰੀਬਨ ਜੇ ਅਸੀਂ ਪੁੱਛ ਕੇ ਤੁਸੀਂ ਐਨਾਲਿਸਿਸ ਕਰ ਲਓ ਨਾ, ਤੇ ਸਾਰੇ ਹੀ ਗਦਾਰਾਂ ਦੀ ਲਿਸਟ 'ਚ ਇੱਕ ਦੂਜੇ ਨੂੰ ਗਦਾਰ ਕਹੀ ਜਾਂਦਾ, ਦੂਜਾ ਦੂਜੇ ਨੂੰ ਗਦਾਰ ਕਹੀ ਜਾਂਦਾ, ਤੀਜਾ ਚੌਥੇ ਨੂੰ ਗਦਾਰ ਕਹੀ ਜਾਂਦਾ, ਚੌਥਾ ਪੰਜਵੇਂ ਨੂੰ ਗਦਾਰ ਕਹੀ ਜਾਂਦਾ। ਇਹ ਬੇਭਰੋਸਗੀ ਜਿਹੜੀ ਪੈਦਾ ਕੀਤੀ ਸੀ ਕੌਮ ਦੇ ਵਿੱਚ, ਇਹ ਹਕੀਕਤ ਹੈ ਸੈਂਟਰ ਸਰਕਾਰ ਦੀ ਹਮਲੇ ਤੋਂ ਪਹਿਲਾਂ ਦੀ ਚਾਲ ਸੀ ਔਰ ਉਹਦੇ 'ਚੋਂ ਕਾਮਯਾਬ ਹੋਈ। ਅੱਜ ਤੱਕ ਉਹ ਜਿਹੜੀ ਆ ਕਾਮਯਾਬੀ ਨਾਲ, ਬੜੀ ਕਾਮਯਾਬੀ ਨਾਲ ਉਹ ਸੈਂਟਰ ਦੀ ਚਾਲ ਜਿਹੜੀ ਉਹ ਅੱਜ ਵੀ ਚੱਲ ਰਹੀ ਹੈ। ਸਾਡੇ ਸਾਰਿਆਂ ਦੇ ਵਿੱਚ ਬੇਭਰੋਸਗੀ ਪੈਦਾ ਹੋਈ ਹੈ ਤੇ ਇਸ ਕਰਕੇ ਇਹ ਨਹੀਂ ਗੱਲ ਹੁੰਦੀ ਵੀ ਹਰ ਚੀਜ਼ ਦੇ ਨੁਕਸਾਨ ਤਾਂ ਬਹੁਤ ਹੋਏ ਆ ਦਰਬਾਰ ਸਾਹਿਬ ਦੇ ਹਮਲੇ ਦੇ, ਲੇਕਿਨ ਕੁਝ ਫਾਇਦੇ ਵੀ ਹੋਏ ਆ। ਅੰਤਰਰਾਸ਼ਟਰੀ ਪੱਧਰ ਤੇ ਸਿੱਖਾਂ ਨੂੰ ਪਹਿਚਾਣ ਵੀ ਮਿਲੀ, ਸਿੱਖਾਂ ਨੇ ਆਪਣੀ ਬਹਾਦਰੀ ਦੇ ਕਾਰਨਾਮੇ ਵੀ ਕੀਤੇ ਤੇ ਨੁਕਸਾਨ ਜਿਹੜਾ ਸੀ ਉਹ ਵੀ ਬੜਾ ਵੱਡਾ ਹੋਇਆ ਵੀ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਕੌਮ ਲੀਡਰਲੈਸ ਕੌਮ ਹੋ ਗਈ, ਬੇਭਰੋਸਗੀ ਪੈਦਾ ਹੋ ਗਈ। ਅੱਜ ਜਿਹੜੀ ਸਿੱਖ ਕੌਮ ਉਹ ਤਰਸੀ ਜਾਂਦੀ ਆ। ਨੁਕਸਾਨ ਇਹ ਹੋਇਆ ਵੱਡਾ ਹੈ ਤੁਹਾਨੂੰ ਹੋਰ, ਸਰਕਾਰੀ ਤੰਤਰ ਨੇ ਜਿਹੜਾ ਉਹ ਮੋਰਚਾ ਸੀ ਪੰਜਾਬੀ ਬੋਲਦੇ ਇਲਾਕੇ, ਸਾਡੀ ਪੰਜਾਬੀ ਦੀ ਪ੍ਰਸਿੱਧੀ, ਸਾਨੂੰ ਪੰਜਾਬੀ ਦੀ ਆਜ਼ਾਦੀ। ਲੇਕਿਨ ਉਹ ਸਰਕਾਰ ਨੇ ਕੀ ਕੀਤਾ, 1984 ਤੋਂ ਬਾਅਦ 86 87 90 ਤੱਕ ਐਸਾ ਇੱਕ ਤੰਤਰ ਖੜਾ ਕਰਤਾ ਵੀ ਅੱਜ ਸਾਡੇ ਬੱਚੇ ਪੰਜਾਬੀ ਨਹੀਂ ਬੋਲਣਾ। ਜਿਹੜੀ ਪੰਜਾਬੀ ਵਾਸਤੇ ਇਹ ਮੋਰਚਾ ਸ਼ੁਰੂ ਹੋਇਆ, ਅੱਜ ਸਰਕਾਰ ਨੇ ਸਾਡੇ ਤੋਂ ਉਹੀ ਪੰਜਾਬੀ ਖੋਲੀ। ਫਿਰ ਪੰਜਾਬੀ ਬੋਲਦੇ ਇਲਾਕੇ ਵੀ ਸਾਡੇ ਇਲਾਕੇ ਆ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ, ਸਾਨੂੰ ਦਿੱਤੇ ਜਾਣ। ਪੰਜਾਬ ਦੇ ਅੰਦਰ ਪੰਜਾਬੀ ਪਿਆਰ, ਦੇਸ਼ ਪਿਆਰ, ਆਪਣੇ ਖਿੱਤੇ ਦਾ ਪਿਆਰ ਜਿਹੜਾ ਸੀ ਲੋਕਾਂ ਅੰਦਰ ਭਰਿਆ ਸੀ, ਮੋਰਚਾ ਲਾਇਆ। ਲੇਕਿਨ ਅੱਜ ਜਦੋਂ ਅਸੀਂ ਵੇਖਦੇ ਹਾਂ ਵੀ ਸਾਡੇ ਬੱਚੇ ਨੂੰ ਕਹਿ ਦਈਏ ਵੀ ਤੂੰ ਅਮਰੀਕਾ ਜਾਣਾ, ਤੂੰ ਪੰਜਾਬ ਛੱਡਣ ਨੂੰ ਤਿਆਰ ਬੈਠਾ। ਇਹ ਦੋ ਚੀਜ਼ਾਂ ਜਿਹੜੀਆਂ ਸਾਡੀਆਂ ਬੜੀ ਵੱਡਾ ਘਾਟਾ ਪਿਆ। ਇੱਕ ਤਾਂ ਸਾਡੇ ਅੰਦਰ ਉਹ ਦੇਸ਼ ਪਿਆਰ, ਆਪਣੇ ਖਿੱਤੇ ਨਾਲ ਪਿਆਰ। ਠੀਕ ਆ, 2-4 ਬੰਦੇ 10 ਬੰਦੇ ਹੋਣਗੇ ਜਿਹੜੇ ਬਾਹਰ ਬੈਠੇ ਪੰਜਾਬ ਦੀ ਗੱਲ ਕਰਦੇ ਜਾਂ ਪੰਜਾਬ ਵਾਸਤੇ, ਲੇਕਿਨ ਬਹੁਤ ਗਿਣਤੀ ਇਸ ਤਰ੍ਹਾਂ ਦੀ ਹੋ ਗਈ ਆ। ਅਗਲਾ ਕਹਿੰਦਾ ਯਾਰ ਮੈਂ ਪੰਜਾਬ ਨਹੀਂ ਜਾਣਾ, ਮੈਨੂੰ ਪੰਜਾਬ ਨਾਲ ਕੀ। ਹਰ ਬੰਦਿਆਂ ਦੇ ਅੰਦਰ ਜਿਹੜਾ ਪੰਜਾਬੀ ਬੋਲਦੇ ਇਲਾਕੇ, ਜਿਹੜੇ ਪੰਜਾਬੀ ਬੋਲਦੇ ਇਲਾਕੇ ਲੈਣ ਦੀ ਗੱਲ ਕਰਦੇ ਸੀ, ਅੱਜ ਉਹ ਪੰਜਾਬੀ ਆਪਣਾ ਪੰਜਾਬ ਛੱਡ ਕੇ ਭੱਜ ਰਹੇ ਆ। ਜਿਹੜੇ ਪੰਜਾਬੀ ਬੋਲੀ ਨੂੰ ਉੱਨਤ ਕਰਨ ਦੀ ਗੱਲ ਕਰਦੇ ਸੀ, ਉਹ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾ ਰਹੇ ਆ। ਇਹ ਬੜਾ ਵੱਡਾ ਸਾਡੇ ਲਈ ਦੁਖਾਂਤ ਹੈ, ਬੜਾ ਵੱਡਾ ਨੁਕਸਾਨ ਹੈ। ਇਹ ਗੱਲਾਂ ਜਿਹੜੀਆਂ ਇਹ ਆਉਣ ਵਾਲੇ ਲੰਮੇ ਸਮੇਂ ਦੇ ਲਈ ਇਹ ਸਾਡੇ ਲਈ ਨੁਕਸਾਨਦੇਹ ਸਾਬਤ ਹੋ ਸਕਦੀਆਂ। ਇਹ ਸਰਕਾਰੀ ਚੱਲ ਹੈ। ਗਿਆਨੀ ਜੀ, ਇੱਕ ਅਨੰਦਪੁਰ ਸਾਹਿਬ ਦਾ ਮਤਾ ਵੀ ਮੰਨਿਆ ਜਾਂਦਾ, ਕਹਿੰਦੇ ਕਿ 18 ਮਤੇ ਜਿਹੜੇ ਸੀ ਉਹਨਾਂ ਦੀ ਮੰਗ ਰੱਖੀ ਗਈ ਸੀ। ਇਹ ਵੀ ਕਾਰਨ ਮੰਨਿਆ ਜਾਂਦਾ ਕਿ ਦਰਬਾਰ ਸਾਹਿਬ ਤੇ ਹਮਲਾ ਇਸ ਕਾਰਨ ਵੀ ਹੋਇਆ ਸੀ। ਹਾਂ, ਉਹ ਅਸਲ 'ਚ 18 ਅਨੰਦਪੁਰ ਸਾਹਿਬ ਮਤਾ ਜਿਹੜਾ ਹੈ ਉਹ ਅਸਲ 'ਚ ਇੱਥੇ ਅਨੰਦਪੁਰ ਸਾਹਿਬ ਉਹ ਪਾਸ ਕੀਤਾ ਗਿਆ ਸੀ। ਉਹ ਮਤਾ ਸਰਦਾਰ ਕਪੂਰ ਸਿੰਘ ਜੀ ਨੇ ਲਿਖਿਆ ਸੀ। ਉਹ 'ਚ 18 ਮੰਗਾਂ ਸੀ ਕੁੱਲ, ਔਰ ਉਹ ਮੰਗਾਂ ਬੜੀਆਂ ਜੈਨੂਅਨ ਸੀ। ਉਹ ਮੰਗਾਂ ਨੂੰ ਜਾਣ ਕੇ ਇੱਕ ਹੋਰ, ਮੈਂ ਤੁਸੀਂ ਸੰਤ ਜਰਨੈਲ ਸਿੰਘ ਦੀ ਕਿਤੇ ਸਪੀਚ ਪੜ੍ਹ ਲਓ, ਔਰ ਸੰਤ ਜਰਨੈਲ ਸਿੰਘ ਦੀ ਕਿਸੇ ਵੀ ਸਿੱਖ ਲੀਡਰ ਦੀ ਉਸ ਸਮੇਂ ਦਾ ਬਿਆਨ, ਉਸ ਸਮੇਂ ਦੀ ਕੋਈ ਸਪੀਚ, ਕਿਤੇ ਨਹੀਂ ਸਿੱਖਾਂ ਨੇ ਕਿਹਾ ਸੀ ਵੀ ਅਸੀਂ ਖਾਲਿਸਤਾਨ ਮੰਗਦੇ। ਖਾਲਿਸਤਾਨ ਦੀ ਮੰਗ ਜਿਹੜੀ ਸੀ ਸਿੱਖਾਂ ਦੇ ਮੂੰਹ 'ਚ ਪਾਈ ਗਈ ਸੀ। ਜਿਹੜਾ ਮਤਾ ਸੀ ਉਹਦੇ 'ਚ ਖਾਲਿਸਤਾਨ ਦੀ ਮੰਗ ਨਹੀਂ ਸੀ, ਉਹ ਇੱਕ ਰਾਜਾਂ ਨੂੰ ਵੱਧ ਅਧਿਕਾਰ, ਜਿਹੜਾ ਅੱਜ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿ ਰਿਹਾ ਹੈ, ਸਰਕਾਰ ਤੋਂ, ਮੋਦੀ ਤੋਂ ਮੰਗ ਰਿਹਾ ਹੈ ਵੀ ਜਿਹੜੇ ਰਾਜ ਦੇ ਫੈਸਲੇ ਕਰਨ ਦਾ ਅਧਿਕਾਰ ਸਾਨੂੰ ਦਿੱਤਾ ਜਾਵੇ।
ਜਿਹੜੇ ਅੱਜ ਕਾਂਗਰਸ ਵਿਰੋਧੀ ਧਿਰ 'ਚ ਆ ਕੇ ਮੰਗ ਰਹੀ ਹੈ ਵੀ ਸਿੱਖ ਰਾਜਾਂ ਨੂੰ ਵੱਧ ਕਰਦੇ, ਸਿੱਖਾਂ ਨੇ ਉਹ ਮੰਗ ਜਿਹੜੀ ਹੈ ਉਹ 1980 'ਚ ਮੰਗੀ ਜਾਂਦੇ ਸਿੱਖ ਤਾਂ। ਅੱਜ 40 ਸਾਲ ਬਾਅਦ ਜਿਹੜੀ ਮੰਗ ਕਾਂਗਰਸ ਮੰਗਦੀ ਹੈ, ਉਹ ਮੰਗ ਸਭ ਤੋਂ ਪਹਿਲੀ ਮੰਗ ਸੀ ਕਿ ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ, ਪੰਜਾਬੀ ਬੋਲਦੇ ਇਲਾਕੇ ਜਿਹੜੇ ਉਹ ਪੰਜਾਬ ਵਿੱਚ ਸ਼ਾਮਲ ਕੀਤੇ ਜਾਣ। ਫਿਰ ਪੰਜਾਬ ਦਾ ਜਿਹੜਾ ਪਾਣੀ ਹੈ, ਸਰੋਤ ਹੈ, ਉਹ ਪੰਜਾਬ ਨੂੰ ਜਿਹੜੀ ਉਹਦੀ ਵੰਡ ਆ ਉਹ ਪੰਜਾਬ ਦੇ ਹੱਕ 'ਚ ਹੋਣੀ ਚਾਹੀਦੀ ਹੈ। ਉਹ ਪੰਜਾਬ ਦੇ ਵਿੱਚ ਦਰਿਆ ਜਿਹੜਾ ਨੁਕਸਾਨ ਪੰਜਾਬ ਦਾ ਕਰਦੇ ਆ, ਅਤੇ ਪਾਣੀ ਦੇ ਅਧਿਕਾਰ ਵੀ ਪੰਜਾਬ ਦਾ ਹੋਣਾ ਚਾਹੀਦਾ। ਇਸ ਤਰ੍ਹਾਂ ਦੀਆਂ ਫਿਰ ਇੱਕ ਸਭ ਤੋਂ ਵੱਡੀ ਮੰਗ ਸੀ ਵੀ ਜਿਹੜੀ ਆ ਔਰਤ ਨੂੰ, ਕੋਈ ਬੀਬੀ ਕਿਸੇ ਵੀ ਕੇਸ 'ਚ ਫੜੀ ਜਾਵੇ, ਉਹਨੂੰ ਜਾਂ ਤਾਂ ਅਦਾਲਤ 'ਚ ਪੇਸ਼ ਕੀਤਾ ਜਾਵੇ ਜਾਂ ਉਹਨੂੰ ਛੱਡਿਆ ਜਾਵੇ। ਮਤਲਬ ਰਾਤ ਜਿਹੜੀ ਆ ਕੋਈ ਬੀਬੀ ਉਹ ਥਾਣੇ 'ਚ ਨਹੀਂ ਰਹਿਣੀ, ਨਹੀਂ ਥਾਣੇ 'ਚ ਨਹੀਂ ਰਹਿਣੀ ਚਾਹੀਦੀ। ਜੇਲ੍ਹ 'ਚ ਜਾਵੇ, ਕੋਈ ਅਪਰਾਧ ਕੀਤਾ ਜੇਲ੍ਹ 'ਚ ਜਾ ਵੜੇ, ਲੇਕਿਨ ਥਾਣਿਆਂ 'ਚ ਕਿਉਂਕਿ ਤਸ਼ੱਦਦ ਹੁੰਦਾ, ਥਾਣਿਆਂ 'ਚ 100 ਔਰਤਾਂ ਨਾਲ ਧੱਕੇ ਹੁੰਦੇ, ਵੀ ਥਾਣੇ 'ਚ ਜਿਹੜੀ ਬੀਬੀ ਉਹ ਭਾਵੇਂ ਕਿਸੇ ਹਿੰਦੂ ਦੀ ਹੋਵੇ ਭਾਵੇਂ ਕਿਸੇ ਦੀ, ਉਹ ਔਰਤ ਨੂੰ ਥਾਣੇ 'ਚ ਨਾ ਰੱਖਿਆ ਜਾਵੇ। ਫਿਰ ਹਿੰਦੂ ਵਰਗ ਲਈ, ਕਿਉਂਕਿ ਵਪਾਰ ਤਾਂ ਸਾਰਾ ਹਿੰਦੂਆਂ ਕੋਲੇ, ਵੀ ਜਿਹੜੀ ਆ ਚੁੰਗੀ ਮਾਫ ਕੀਤੀ ਜਾਵੇ। ਉਹਦੇ ਵਿੱਚ ਕੋਈ ਵੀ ਮੰਗ ਸਿੱਖਾਂ ਨਾਲ ਸੰਬੰਧਿਤ ਬਹੁਤ ਘੱਟ ਮੰਗਾਂ ਸੀ, ਪੰਜਾਬ ਨਾਲ ਸੰਬੰਧਿਤ ਮੰਗਾਂ ਸੀ। ਅਸਲ ਉਹ ਜਿਹੜਾ ਮਤਾ ਸੀ ਨਾ, ਉਹਨੂੰ ਇਹਨਾਂ ਨੇ ਬਦਨਾਮ ਕੀਤਾ ਵੀ ਸਿੱਖ ਮੰਗ, ਸਿੱਖਾਂ ਦੀ ਮੰਗ ਨਹੀਂ, ਉਹ ਪੰਜਾਬ ਦੀ ਮੰਗ ਸੀ। ਫਿਰ ਦਰਬਾਰ ਸਾਹਿਬ ਦਾ ਸੀ ਵੀ ਦਰਬਾਰ ਸਾਹਿਬ ਦਾ ਕੀਰਤਨ ਜਿਹੜਾ ਉਹ ਰਿਲੇ ਕੀਤਾ ਜਾਵੇ। ਔਰ ਹੈਰਾਨੀ 6 ਜੂਨ ਨੂੰ ਹਮਲਾ ਹੋਇਆ, ਅਤੇ ਮੈਨੂੰ ਹੁਣ ਪੱਕਾ ਤਾਂ ਨਹੀਂ ਪਤਾ, 8 ਕਿ 9 ਜੂਨ ਨੂੰ ਜਲੰਧਰ ਦੂਰਦਰਸ਼ਨ ਤੋਂ ਦਰਬਾਰ ਸਾਹਿਬ ਦਾ ਕੀਰਤਨ ਲਾਗੂ ਕਰਤਾ। ਵੀ ਜੇ ਉਹ ਮੰਗ ਹੀ ਮੰਨਣੀ ਸੀ, ਦਰਬਾਰ ਸਾਹਿਬ ਦਾ ਕੀਰਤਨ ਲਾਗੂ ਕਰਨਾ ਸੀ, ਤੜਕੇ ਅੰਮ੍ਰਿਤ ਵੇਲੇ ਆਸਾ ਦੀ ਵਾਰ, ਸ਼ਾਮ ਨੂੰ ਅੱਧਾ ਪੌਣਾ ਘੰਟਾ ਜਿਹੜਾ ਕੀਰਤਨ ਅੱਜ ਵੀ ਹੁੰਦਾ ਹੈ, ਵੀ ਉਹ ਪਹਿਲਾਂ ਮੰਗ ਜਾਂਦੇ। ਉਹ ਤਾਂ ਕਹਿੰਦੇ ਵੀ ਸਾਡੀ ਕੋਈ ਮੰਗ ਤਾਂ ਮੰਨੋ ਨਾ। ਮਤਲਬ 9 ਹਮਲਾ ਕਰਕੇ ਸਭ ਕੁਝ ਕਰਕੇ ਫਿਰ 9 ਜੂਨ ਨੂੰ ਉਹ ਮੰਗ ਵੀ ਮੰਨ ਲਈ। ਇਸ ਕਰਕੇ ਇਹ ਮੰਗਾਂ ਬੜੀਆਂ ਜੈਨੂਅਨ ਮੰਗਾਂ ਸੀ, ਕੋਈ ਉਹਦੇ 'ਚ ਵੱਖਵਾਦ ਦੀ, ਕੋਈ ਉਹਦੇ ਵਿੱਚ ਵੱਖਰੇ ਦੇਸ਼ ਦੀ ਮੰਗ ਨਹੀਂ ਸੀ। ਉਹ ਸਿਰਫ ਤੇ ਸਿਰਫ ਮੰਗਾਂ ਸੀ ਪੰਜਾਬ ਦੇ ਵਿਕਾਸ ਲਈ, ਪੰਜਾਬ ਦੇ ਭਲੇ ਲਈ ਮੰਗਾਂ ਸੀਗੀਆਂ। ਉਹ ਮਤਾ ਜਿਹੜਾ ਸੀ ਉਹ ਬੜਾ, ਅੱਜ ਸਾਰੇ ਲੋਕ ਮੰਗ ਰਹੇ ਆ, ਅੱਜ ਸਾਰੀਆਂ ਰਾਜਨੀਤਿਕ ਧਿਰਾਂ ਉਹ ਮੰਗ ਰਹੀਆਂ। ਹਾਂ ਜੀ, ਸੋ ਗਿਆਨੀ ਜੀ ਬਹੁਤ ਬਹੁਤ ਸ਼ੁਕਰੀਆ ਜੀ। ਸਮਾਂ ਬਹੁਤ ਘੱਟ ਹੈ, ਜਿੰਨਾ ਤੁਸੀਂ ਸਮਾਂ ਦਿੱਤਾ ਹੈ, ਇਸ ਪੂਰਨ ਤੌਰ ਦੇ ਸਮੇਂ ਦੇ ਵਿੱਚ ਅਸੀਂ ਹਰ ਸਵਾਲ ਦੇ ਜਿਹੜੇ ਤੁਹਾਡੇ ਤੋਂ ਜਵਾਬ ਮੰਗੇ, ਤੁਸੀਂ ਹਰ ਸਵਾਲ ਦਾ ਸਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਵਾਬ ਦਿੱਤਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ ਜੀ, ਇਹ ਸਨ ਸਾਡੇ ਨਾਲ ਗਿਆਨੀ ਹਰਦੀਪ ਸਿੰਘ ਜੀ, ਅਨੰਦਪੁਰ ਸਾਹਿਬ ਤੋਂ ਅਸੀਂ ਤੁਹਾਡੇ ਨਾਲ ਜੁੜੇ ਹੋਏ ਸਾਂ। ਸੋ ਸਾਕੇ ਦੇ ਜੋ ਕਿ 1984 ਦੇ ਵਿੱਚ ਵਾਪਰਿਆ ਸੀ, ਇਸ ਦਾ ਦਰਦ ਅੱਜ ਵੀ ਹਰ ਸਿੱਖ ਦੇ ਮਨ ਵਿੱਚ ਇੱਕ ਚੰਗਿਆੜੀ ਦੇ ਵਾਂਗ ਸੁਲਗਦਾ ਰਹੇਗਾ। ਹਰ ਇੱਕ ਦੇ ਮਨ ਵਿੱਚ ਜਦੋਂ ਵੀ 6 ਜੂਨ ਜਾਂ 1 ਜੂਨ ਦੀ ਸ਼ੁਰੂਆਤ ਹੋਵੇਗੀ, ਤਾਂ ਉਦੋਂ ਇਹ 6 ਜੂਨ ਤੱਕ ਜਿਹੜਾ ਦਰਦ ਹੈ ਹਮੇਸ਼ਾ ਹੀ ਜਿਹੜਾ ਜਿਉਂ ਦਾ ਤਿਉਂ ਰਹੇਗਾ। ਸੋ ਹੁਣ ਤੁਹਾਡੇ ਤੋਂ ਅਸੀਂ ਲਵਾਂਗੇ ਆਗਿਆ। ਕੈਮਰਾ ਪਰਸਨ ਪਰਵਿੰਦਰ ਦੇ ਨਾਲ ਮਨਦੀਪ ਕੌਰ ਸੰਧੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।